ਅੱਜ 26 ਮਈ ਹੈ, ਦਿਨ ਸ਼ੁੱਕਰਵਾਰ ਹੈ। 29 ਮਈ ਨੂੰ ਮਰਹੂਮ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਮੌਕੇ ਮਾਨਸਾ ਦੇ ਵਿੱਚ ਕੱਢਿਆ ਜਾਏਗਾ ਮੋਮਬੱਤੀ ਮਾਰਚ। ਮਾਂ ਨੇ ਇਨਸਾਫ ਦੀ ਮੰਗ ਲਈ ਸ਼ਾਮਿਲ ਹੋਣ ਦੀ ਕੀਤੀ ਅਪੀਲ। ਉੱਤਰੀ ਭਾਰਤ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਚੰਗਾ ਮੀਂਹ ਪੈਣ ਦੀ ਸੰਭਾਵਨਾ। ਸਾਡੀਆਂ ਧੀਆਂ ਨੇ ਫੇਰ ਮੁੰਡਿਆਂ ਨੂੰ ਛੱਡਿਆ ਫਾੜੀ। 10ਵੀਂ ਦੇ ਨਤੀਜੇ ਰਹੇ ਸ਼ਾਨਦਾਰ। ਜਿਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਨੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ OTS ਸਕੀਮ ਦੇ ਰਾਹੀਂ ਦਿੱਤੀ 3 ਮਹੀਨੇ ਦੀ ਮੋਹਲਤ। ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ ਸੱਦਿਆ, ਕਾਂਗਰਸ ਦੇ ਅਕਾਲੀ ਸੁਰੱਖਿਆ ਕਵਚ ਬਣੇ। ਭਗਵੰਤ ਮਾਨ ਦੇ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਵਿਰੋਧੀਆਂ ਨੇ ਘੇਰ ਲਿਆ ਹੈ। ਕੱਲ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਮੁੜ ਯਾਤਰਾ ਸ਼ੁਰੂ ਹੋ ਰਹੀ ਹੈ। ਐਂਡਰਾਇਡ ਫੋਨ ਵਰਤਣ ਵਾਲੇ ਸਾਵਧਾਨ ਹੋ ਜਾਇਓ, ਦਾਮ ਨਾਮ ਦਾ ਵਾਇਰਸ ਤੁਹਾਡਾ ਡੇਟਾ ਚੋਰੀ ਕਰ ਰਿਹਾ ਹੈ। ਸੱਤਾ ਦੇ 9 ਸਾਲ ਪੂਰੇ ਹੋਣ ਤੇ ਅੱਜ ਕਾਂਗਰਸ ਨੇ ਬੀਜੇਪੀ ਨੂੰ ਪੁੱਛੇ 9 ਸਵਾਲ। ਬੀਜੇਪੀ ਨੇ ਕਿਹਾ ਘੁਟਾਲਿਆਂ ਦੀ ਕਾਂਗਰਸ ਸਰਕਾਰ ਦਾ ਮਤਲਬ ਹੈ ਕੱਟ, ਕਮਿਸ਼ਨ, ਕਰਪਸ਼ਨ ਤੇ ਕਾਂਗਰਸ। 194 ਯਾਤਰੀਆਂ ਵਾਲਾ ਹਵਾਈ ਜਹਾਜ਼ ਖੁੱਲੇ ਦਰਵਾਜ਼ੇ ਦੇ ਨਾਲ ਕਿੱਥੇ ਉੱਡਦਾ ਰਿਹਾ। ਮਈ ਦੇ ਵਿੱਚ ਜੇ ਕਰਜ਼ਾ ਨਾ ਤਾਰਿਆ ਤਾਂ ਚੜ੍ਹਦੇ ਜੂਨ ਅਮਰੀਕਾ ਵਰਗੀ ਮਹਾਸ਼ਕਤੀ ਵੀ ਕਰਜ਼ਈ ਹੋ ਜਾਏਗੀ। सत श्री अकाल जी। खालस टीवी देखने वाले देश दुनिया के साडे सारे दर्शकों का बहुत बहुत स्वागत है। एमरजेंसी बुलेटिन दे नाल मैं हरशरण कौर। अज दे इस खास बुलेटिन दे विच दसांगे तुहानूं पंजाब, भारत ते दुनिया भर दीआं सारियां वड्डियां ताज़ा ते अहम खबरां। शुरुआत करांगे पंजाब दीआं खास खबरां तो। इस साल दे मई महीने का वो दिन आउण वाला है जिसने दुनिया भर दे विच वसदे पंजाबियां नूं धुर अंदर तक झंझोड़ दिता सी। 2022 दी 29 मई नूं सिद्धू मूसेवाला, शुभदीप सिंह सिद्धू मूसेवाले दा बहुत ही भयानक तरीके दे नाल कतल कर दिता गया सी। मानसा दे पिंड जवारके दे विच मूसेवाले दे अपने पिंड मूसे तो कुछ ही दूरी ते गैंगस्टरां ने उसनूं बहुत ही बेरहम तरीके दे नाल घेर के मार दिता सी ते उस दर्दनाक कांड नूं वापरे होए पूरा 1 साल होण वाला है। इस मौके मां ने सारी दुनिया नूं अपील कीती है कि 29 मई नूं मानसा दे विच जरूर पहुंचिओ। मरहूम सिद्धू मूसेवाला उन्हां दे पुੱਤ ਨੂੰ इस जहान तो रुखसत होए ਨੂੰ ਕਹਿੰਦੇ 1 ਸਾਲ ਹੋ ਚੱਲਿਆ ਹੈ। ਹਾਲਾਂਕਿ ਬਰਸੀ ਪਹਿਲਾਂ ਹੀ ਮਾਪਿਆਂ ਨੇ ਮਨਾ ਲਈ ਸੀ, ਪਰ 29 ਮਈ ਨੂੰ ਮੋਮਬੱਤੀ ਮਾਰਚ ਹੈ ਜਿਹੜਾ ਉਹ ਮਾਨਸਾ ਦੇ ਵਿੱਚ ਕੱਢਿਆ ਜਾ ਰਿਹਾ ਹੈ। ਮਾਂ ਚਰਨ ਕੌਰ ਨੇ ਅਪੀਲ ਕੀਤੀ ਹੈ ਕਿ ਇਨਸਾਫ ਦੇ ਲਈ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਇੱਕ ਕੈਂਡਲ ਮਾਰਚ ਕੱਢ ਰਹੇ ਹਾਂ। ਸ਼ਾਂਤਮਈ ਤਰੀਕੇ ਦੇ ਨਾਲ ਇਹ ਕੱਢਿਆ ਜਾਵੇਗਾ। ਸ਼ਾਮ ਨੂੰ 5 ਵਜੇ ਮਾਨਸਾ ਦੇ 12 ਹੱਟਾਂ ਚੌਂਕ ਤੋਂ ਲੈ ਕੇ ਠੀਕਰੀ ਵਾਲਾ ਚੌਂਕ, ਮਾਨਸਾ ਬੱਸ ਸਟੈਂਡ ਤੱਕ ਸ਼ਾਂਤਮਈ ਇਹ ਮਾਰਚ ਕੱਢਿਆ ਜਾਵੇਗਾ। मूसेवाले दी माता चरण कौर ने इंसाफ की इस जंग दे विच अते सिद्धू मूसेवाले दी याद दे विच इस कैंडल मार्च विच शामिल होने की सब नूं अपील की है। साहब वाहिगुरू जी की फतेह जी। असीं बेनती लैके आए हैं पूरा सिद्धू मूसेवाला टीम ते परिवार वालों भी 29 तरीक आ रही है। 29 मई वो काला दिन है जिस दिन सिद्धू की डैथ हुई सी। ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇੱਕ ਸਰਕਾਰ ਨੂੰ ਜਗਾਉਣ ਵਾਸਤੇ ਕੈਂਡਲ ਮਾਰਚ ਕਰ ਰਹੇ ਹਾਂ। 29 ਮਈ ਨੂੰ ਸ਼ਾਮ ਨੂੰ 5 ਵਜੇ ਆਪਾਂ ਇਕੱਠੇ ਹੋਣਾ ਹੈ 12 ਹੱਟਾਂ ਚੌਂਕ ਦੇ ਵਿੱਚ। ਉੱਥੋਂ ਲੈ ਕੇ ਆਪਾਂ ਬੱਸ ਸਟੈਂਡ ਜਿਹੜਾ ਆਪਣਾ ਮਾਨਸਾ ਠੀਕਰੀ ਵਾਲਾ ਚੌਂਕ ਉੱਥੋਂ ਤੱਕ ਆਪਾਂ ਜਿਹੜਾ ਸ਼ਾਂਤਮਈ ਕੈਂਡਲ ਮਾਰਚ ਜਿਹੜਾ ਕੱਢਣਾ ਹੈਗਾ। ਉਹਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਜਿਹੜੀ ਅਸੀਂ ਪਰਿਵਾਰ ਵੱਲੋਂ ਸਾਡੀ ਟੀਮ ਵੱਲੋਂ ਅਪੀਲ ਕਰਦੇ ਹਾਂ ਵੀ ਹਰ ਇੱਕ ਬੰਦਾ ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਧੂ ਨੂੰ ਚਾਹਣ ਵਾਲੇ ਉਹ ਜ਼ਰੂਰ ਪਹੁੰਚਿਓ। ਤੇ ਨਾਲ ਹੀ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜਿਹੜਾ ਪਰਿਵਾਰ ਦੇ ਨਾਲ ਚੱਲਣ ਦੇ ਅਸੀਂ ਸਾਰੀ ਟੀਮ ਨੇ ਇਹ ਜਿਹੜਾ ਇਹ ਬਣਾਈ ਹੈ ਵੀਡੀਓ ਇਸ ਕਰਕੇ ਬਣਾਈ ਆ ਵੀ ਪਹਿਲਾਂ ਕਈ ਬੰਦੇ ਸਾਨੂੰ ਇਹ ਕਹਿੰਦੇ ਸਾਨੂੰ ਸੁਨੇਹਾ ਸਾਨੂੰ ਪਹਿਲਾਂ ਨਹੀਂ ਲੱਗਿਆ। ਅਸੀਂ ਖਾਸ ਇਹ ਸੁਨੇਹਾ ਦੇਣ ਵਾਸਤੇ ਇਹ ਵੀਡੀਓ ਨੂੰ ਬਣਾ ਰਹੇ ਹਾਂ। ਨਾਲ ਹੀ ਮਾਤਾ ਜੀ ਅਪੀਲ ਕਰਨਗੇ ਤੁਹਾਨੂੰ ਉਹ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਮ ਵੱਲੋਂ ਜੋ ਪ੍ਰੋਗਰਾਮ ਬਣਾਇਆ ਹੈ ਤੇ ਉਸ ਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ। ਮਰਹੂਮ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਨੀ ਦਿਨੀ ਵਿਦੇਸ਼ ਦੌਰੇ ਤੇ ਹਨ। ਦਰਅਸਲ ਪੂਰੀ ਦੁਨੀਆ ਦੇ ਵਿੱਚ ਮੂਸੇਵਾਲੇ ਦੀ ਯਾਦ ਦੇ ਵਿੱਚ ਜਿਹੜੇ ਹੈਗੇ ਨੇ ਸ਼ਰਧਾਂਜਲੀ ਸਮਾਗਮ ਰੱਖੇ ਜਾ ਰਹੇ ਨੇ, ਬਰਸੀ ਸਮਾਗਮ ਕਰਵਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਬਰਸੀ ਸਮਾਗਮ ਹੋ ਰਹੇ ਨੇ ਅਤੇ ਮੂਸੇਵਾਲੇ ਦੇ ਪਿਤਾ ਉਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਿਦੇਸ਼ ਦੌਰੇ ਤੇ ਹਨ। ਅਤੇ ਮੂਸਾ ਪਿੰਡ ਵਾਸੀਆਂ ਦੇ ਵੱਲੋਂ ਵੀ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਬਰਸੀ ਸਮਾਗਮ ਰੱਖਿਆ ਗਿਆ ਹੈ। ਪਿੰਡ ਦੇ ਗੁਰੂ ਘਰ ਦੇ ਵਿੱਚ ਹੀ ਇਹ ਜਿਹੜਾ ਭੋਗ ਪਾਇਆ ਜਾਵੇਗਾ, ਪਾਠ ਦਾ ਭੋਗ ਪਾਇਆ ਜਾਵੇਗਾ ਤੇ ਅਰਦਾਸ ਕੀਤੀ ਜਾਵੇਗੀ। ਇੱਕ ਦਿਨ ਪਹਿਲਾਂ ਮੂਸੇਵਾਲੇ ਦੇ ਤਾਇਆ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਤੁਹਾਨੂੰ ਮੌਸਮ ਦੀ ਜਾਣਕਾਰੀ ਦੇ ਦਿੰਨੇ ਆ ਕਿ ਪੂਰੇ ਉੱਤਰੀ ਭਾਰਤ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਉੱਤਰੀ ਭਾਰਤ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਦਿਨਾਂ ਤੋਂ ਮੀਂਹ ਕਰਕੇ ਗਰਮੀ ਤੋਂ ਰਾਹਤ ਤਾਂ ਪਹਿਲਾਂ ਹੀ ਮਿਲੀ ਹੋਈ ਹੈ। ਹੁਣ ਇੱਕ ਹੋਰ ਖੁਸ਼ਖਬਰੀ ਆ ਗਈ ਹੈ ਮੌਨਸੂਨ ਦੀ। ਬੇਸਬਰੀ ਦੇ ਨਾਲ ਮੌਨਸੂਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ 4 ਜੂਨ ਨੂੰ ਪਤਾ ਲੱਗਿਆ ਕਿ ਮੌਨਸੂਨ ਕੇਰਲਾ ਦੇ ਵਿੱਚ ਪਹੁੰਚ ਜਾਵੇਗਾ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਮੌਨਸੂਨ ਦੇ ਅੱਗੇ ਵਧਣ ਦੇ ਲਈ ਸਥਿਤੀ ਹੈ ਜਿਹੜੀ ਕਹਿੰਦੇ ਅਨੁਕੂਲ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਰਚ ਤੋਂ ਮਈ ਦੇ ਵਿੱਚ ਚੰਗੀ ਪ੍ਰੀ ਮੌਨਸੂਨ ਬਾਰਿਸ਼ ਹੋਈ ਹੈ। 1 ਮਾਰਚ ਤੋਂ 25 ਮਈ ਤੱਕ 12% ਮੀਂਹ ਪਿਆ ਹੈ, 12% ਵੱਧ ਮੀਂਹ ਪਿਆ ਹੈ ਤੇ ਪ੍ਰੀ ਮੌਨਸੂਨ ਸੀਜ਼ਨ ਦੇ ਵਿੱਚ ਗਰਮੀ ਦੀ ਲਹਿਰ ਘੱਟ ਦੇਖੀ ਗਈ ਹੈ। ਹੁਣ ਥੋੜੇ ਦਿਨ ਪਹਿਲਾਂ ਹੀ ਆਪਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੋਣੀ ਸ਼ੁਰੂ ਹੋਈ ਸੀ। ਉਸ ਤੋਂ ਪਹਿਲਾਂ ਜਦੋਂ ਮਈ ਦਾ ਮਹੀਨਾ ਚੜਿਆ ਸੀ ਉਦੋਂ ਵੀ ਮੀਂਹ ਨੇ ਸ਼ੈਬਰ ਲਾ ਦਿੱਤੀ ਸੀ ਤੇ ਹੁਣ ਮਈ ਦੇ ਅਖੀਰ ਦੇ ਵਿੱਚ ਵੀ ਮੀਂਹ ਕਾਫੀ ਪੈ ਰਿਹਾ ਹੈ ਤੇ ਇਸ ਜਿਹੜਾ ਹੈਗਾ ਮੌਨਸੂਨ ਦੇ ਮਜ਼ਬੂਤ ਹੋਣ ਤੋਂ ਬਾਅਦ ਇਹਦੇ 4 ਜੂਨ ਦੇ ਨੇੜੇ ਤੇੜੇ ਕੇਰਲਾ ਪਹੁੰਚਣ ਦੀ ਉਮੀਦ ਮੌਸਮ ਵਿਗਿਆਨੀਆਂ ਨੇ ਜਤਾਈ ਹੈ। 1 ਜੂਨ ਤੋਂ ਪਹਿਲਾਂ ਮੌਨਸੂਨ ਦੇ ਆਉਣ ਦੀ ਕੋਈ ਉਮੀਦ ਨਹੀਂ ਹੈ ਤੇ ਇਸ ਸਾਲ ਮੌਨਸੂਨ ਆਮ ਰਹਿਣ ਦੀ ਸੰਭਾਵਨਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਦੇ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਹਰੇਕ ਜਮਾਤ ਦੇ ਨਤੀਜਿਆਂ ਦੇ ਵਾਂਗੂ ਇੱਥੇ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ। ਫਰੀਦਕੋਟ ਦੀ ਗਗਨਦੀਪ ਐਤਕੀ ਪਹਿਲੇ ਸਥਾਨ ਤੇ ਰਹੀ ਹੈ। ਹਾਲਾਂਕਿ ਪਿਛਲੇ ਨਤੀਜਿਆਂ ਦੇ ਵਿੱਚ ਮਾਨਸਾ ਦੀਆਂ ਕੁੜੀਆਂ ਨੇ ਝੰਡੇ ਗੱਡੇ ਸਨ ਪਰ ਪਹਿਲੀਆਂ 3 ਪੋਜੀਸ਼ਨਾਂ ਦੇ ਵਿੱਚ ਮਾਨਸਾ ਦੀ ਕੁੜੀ ਜ਼ਰੂਰ ਆਈ ਹੈ। ਕੁੜੀਆਂ ਨੇ ਬਾਜ਼ੀ ਮਾਰਦਿਆਂ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕੀਤੀਆਂ ਨੇ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਨੇ ਮੈਰਿਟ ਸੂਚੀ ਜਾਰੀ ਕੀਤੀ ਜਿਸ ਮੁਤਾਬਿਕ ਸੰਤ ਮੋਹਨਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਦੀ ਗਗਨਦੀਪ ਕੌਰ ਨੇ 100% ਅੰਕ ਲਏ ਨੇ, ਯਾਨੀ ਕਿ 650 ਦੇ ਵਿੱਚੋਂ 650 ਨੰਬਰ ਹਾਸਲ ਕਰਕੇ ਪੰਜਾਬ ਚੋਂ ਪਹਿਲਾ ਥਾਂ ਲਿਆ ਹੈ। ਜਦਕਿ ਇਸੇ ਸਕੂਲ ਦੀ ਯਾਨੀ ਕਿ ਇੱਕ ਸਕੂਲ ਦੀਆਂ 2 ਕੁੜੀਆਂ ਨੇ ਪਹਿਲਾ ਤੇ ਦੂਜਾ ਸਥਾਨ ਲਿਆ ਹੈ। ਨਵਜੋਤ ਕੁੜੀ ਹੈ ਜਿਸਨੇ 650 ਵਿੱਚੋਂ 648 ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਮਾਨਸਾ ਦੇ ਮੰਡਾਲੀ ਹਾਈ ਸਕੂਲ ਦੀ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ ਹਰਮਨਦੀਪ ਕੌਰ। ਇਸਨੇ 646 ਅੰਕ ਲੈ ਕੇ ਤੀਜਾ ਸਥਾਨ ਪੂਰੇ ਪੰਜਾਬ ਦੇ ਵਿੱਚੋਂ ਲਿਆ ਹੈ। ਪ੍ਰੀਖਿਆਵਾਂ ਦੇ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਨਤੀਜੇ ਸੰਬੰਧੀ ਪੂਰੇ ਵੇਰਵੇ ਤੇ ਪੂਰਾ ਜਿਹੜਾ ਨਤੀਜਾ ਹੈ ਉਹ 27 ਮਈ ਨੂੰ ਹੀ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ। 26 ਮਈ ਨੂੰ ਜਿਵੇਂ ਹੀ 11:30 ਵਜੇ ਨਤੀਜੇ ਦਾ ਐਲਾਨ ਹੋਇਆ ਸਾਰੇ ਵਿਦਿਆਰਥੀ ਨਤੀਜਾ ਦੇਖ ਕੇ ਕਮਲੇ ਹੋਏ ਪਏ ਨੇ ਪਰ ਜਦੋਂ ਖੋਲਦੇ ਨੇ ਵੈਬਸਾਈਟ ਤਾਂ ਉੱਥੇ ਆ ਜਾਂਦਾ ਹੈ ਕਿ ਕੱਲ ਨੂੰ ਯਾਨੀ ਕਿ 27 ਮਈ ਨੂੰ ਇਹ ਨਤੀਜਾ ਦੇਖਿਆ ਜਾ ਸਕਦਾ ਹੈ। ਬੋਰਡ ਦੀ ਵੈਬਸਾਈਟ www.pscb.ac.in ਅਤੇ www.indiaresults.com ਇਹਨਾਂ ਦੋਵੇਂ ਵੈਬਸਾਈਟਾਂ ਤੇ ਤੁਸੀਂ 27 ਮਈ ਤੋਂ ਨਤੀਜੇ ਦੇਖ ਸਕਦੇ ਹੋ। ਪਹਿਲੇ 3 ਸਥਾਨ ਫਰੀਦਕੋਟ ਤੇ ਮਾਨਸਾ ਦੀਆਂ ਕੁੜੀਆਂ ਨੇ ਲਏ ਨੇ ਤੇ ਚੌਥਾ ਸਥਾਨ ਭਵਾਨੀਗੜ੍ਹ ਦੀ ਜਸਮੀਤ ਕੌਰ ਨੂੰ ਮਿਲਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੀ ਪੜਨ ਵਾਲੀ ਜਸਮੀਤ ਕੌਰ ਨੇ 650 ਵਿੱਚੋਂ 644 ਨੰਬਰ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਤੇ ਪੰਜਾਬ ਦੇ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ ਅਤੇ ਜਸਮੀਤ ਕੌਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਨੇ ਵੀ 2020 ਦੇ ਵਿੱਚ ਯਾਨੀ ਕਿ 2 ਸਾਲ ਪਹਿਲਾਂ 10ਵੀਂ ਜਮਾਤ ਦੇ ਵਿੱਚੋਂ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਤੇ ਸਾਰੇ ਸਟਾਫ ਨੇ ਜਸਮੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਤੇ ਅਸੀਂ ਵੀ ਸਾਰੇ ਜਿਹੜੇ ਕਾਮਯਾਬ ਰਹਿਣ ਵਾਲੇ ਵਿਦਿਆਰਥੀ ਨੇ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ 10ਵੀਂ ਦੇ ਵਿੱਚ ਸ਼ਾਨਦਾਰ ਨਤੀਜੇ ਦੇਣ ਵਾਲੀਆਂ ਬੱਚੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ। ਪਹਿਲੇ ਤੇ ਦੂਜੇ ਸਥਾਨ ਤੇ ਫਰੀਦਕੋਟ ਜ਼ਿਲ੍ਹਾ ਤੇ ਤੀਸਰੇ ਸਥਾਨ ਤੇ ਮਾਨਸਾ ਜ਼ਿਲ੍ਹਾ ਰਿਹਾ ਹੈ। ਪਾਸ ਹੋਏ ਸਾਰੇ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਵਧਾਈਆਂ ਤੇ ਵਾਅਦੇ ਮੁਤਾਬਿਕ ਕਹਿੰਦੇ ਪੰਜਾਬ ਸਰਕਾਰ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ 51,000 ਰੁਪਏ ਦੀ ਇਨਾਮੀ ਰਾਸ਼ੀ ਦੇਵੇਗੀ। ਇਸੇ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਾਮਯਾਬ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਨੇ ਤੇ ਦੱਸਿਆ ਕਿ ਕੁੱਲ 2,81,327 ਵਿਦਿਆਰਥੀ ਅਪੀਅਰ ਹੋਏ ਸੀ ਜਿਨ੍ਹਾਂ ਦੇ ਵਿੱਚੋਂ 2,74,400 ਵਿਦਿਆਰਥੀ ਪਾਸ ਹੋਏ ਨੇ। ਸਾਰਾ ਨਤੀਜਾ ਜਿਹੜਾ ਉਹ 97.54% ਰਿਹਾ ਹੈ। 2019 ਤੇ ਕੋਵਿਡ ਦੇ ਸਮੇਂ ਦੇ ਪੈਰਾਮੀਟਰਾਂ ਦੇ ਮੁਕਾਬਲੇ ਐਤਕੀ ਨਤੀਜਾ ਕਹਿੰਦੇ 11.98% ਵੱਧ ਰਿਹਾ ਹੈ ਯਾਨੀ ਕਿ ਪਾਸ ਫੀਸ ਦਾ ਨਤੀਜੇ ਦੀ ਜਿਹੜੀ ਉਹ 12% ਦੇ ਕਰੀਬ ਵਧੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਡਿਫਾਲਟਰ ਜਿਹੜੇ ਖਪਤਕਾਰ ਹੈਗੇ ਨੇ ਬਿਜਲੀ ਦੇ ਉਹਨਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਪਿਛਲੇ ਸਾਲ ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਹੈ ਜਿਹੜੀ ਉਹ ਤਾਂ ਹਰੇਕ ਨੂੰ ਦੇ ਹੀ ਰਹੀ ਹੈ, ਫ੍ਰੀ ਦੇ ਰਹੀ ਹੈ ਤੇ ਕੁਝ ਦਿਨ ਪਹਿਲਾਂ ਹਾਲਾਂਕਿ ਬਿਜਲੀ ਦੀਆਂ ਕੀਮਤਾਂ ਵਧਾ ਕੇ 300 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨ ਵਾਲਿਆਂ ਨੂੰ ਸਰਕਾਰ ਨੇ ਝਟਕਾ ਵੀ ਦਿੱਤਾ ਸੀ ਪਰ ਹੁਣ ਇੱਕ ਵਾਰ ਫਿਰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨੀ ਗਈ ਰਾਹਤ ਵਾਲੀ ਖਬਰ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਡਿਫਾਲਟਰ ਨੇ ਤੇ ਜਿਨ੍ਹਾਂ
ਦੀ ਬਿਜਲੀ ਦੇ ਕਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟ ਦਿੱਤੇ ਗਏ ਸੀ ਤੇ ਹੁਣ ਇਹਨਾਂ ਸਾਰੇ ਖਪਤਕਾਰਾਂ ਦੇ ਲਈ OTS ਸਕੀਮ ਲਿਆਂਦੀ ਗਈ ਹੈ, ਯਾਨੀ ਕਿ ਵਨ ਟਾਈਮ ਸੈਟਲਮੈਂਟ। ਇਸ ਦੇ ਤਹਿਤ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਨੇ, ਜਿਹੜੇ ਮੁੜ ਜੋੜੇ ਨਹੀਂ ਜਾ ਸਕਦੇ ਸੀ, ਇਹ ਹੁਣ 3 ਮਹੀਨਿਆਂ ਦੇ ਲਈ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਕਿ 3 ਮਹੀਨਿਆਂ ਦੇ ਵਿੱਚ ਉਹ OTS ਸਕੀਮ ਦੇ ਰਾਹੀਂ, ਯਾਨੀ ਕਿ ਵਨ ਟਾਈਮ ਸੈਟਲਮੈਂਟ ਦੇ ਰਾਹੀਂ ਆਪਣਾ ਸਮਝੌਤਾ ਕਰ ਲੈਣਗੇ। ਵਨ ਟਾਈਮ ਸੈਟਲਮੈਂਟ ਦਾ ਮਤਲਬ ਹੁੰਦਾ ਹੈ ਕਿ ਜੇ ਤੁਹਾਡਾ ਬਿਜਲੀ ਦਾ ਬਿੱਲ 10,000 ਰੁਪਏ ਬਕਾਇਆ ਖੜਾ ਹੈ ਤਾਂ ਫਿਰ ਬਿਜਲੀ ਵਿਭਾਗ ਤੁਹਾਡੇ ਨਾਲ ਸਮਝੌਤਾ ਕਰਦਾ ਹੈ ਕਿ ਇੱਕੋ ਵਾਰ 'ਚ ਤੁਸੀਂ ਕਿੰਨੀ ਰਾਸ਼ੀ ਭਰ ਸਕਦੇ ਹੋ। 10 ਦੇ ਵਿੱਚੋਂ ਕਿਸੇ ਨਾਲ 6 ਦਾ ਸਮਝੌਤਾ ਹੁੰਦਾ, ਕਿਸੇ ਨਾਲ 7 ਦਾ, ਕਿਸੇ ਨਾਲ 5 ਦਾ, ਯਾਨੀ ਕਿ ਇੱਕੋ ਟਾਈਮ ਘਟਾ ਕੇ ਜਿਹੜੀ ਕੀਮਤ ਹੈ ਉਹ ਲੈ ਲਈ ਜਾਂਦੀ ਹੈ ਤੇ ਫਿਰ ਉਹਨਾਂ ਦੇ ਘਰੇ ਦੁਬਾਰਾ ਬਿਜਲੀ ਦੇ ਕਨੈਕਸ਼ਨ ਲੱਗ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਦੇ ਲਈ ਅਸੀਂ OTS ਸਕੀਮ ਲੈ ਕੇ ਆਏ ਹਾਂ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਸੀ ਜਾਂ ਮੁੜ ਜੋੜੇ ਨਹੀਂ ਜਾ ਰਹੇ ਸੀ, ਉਹਨਾਂ ਨੂੰ ਇਸ ਸੁਨਹਿਰੀ ਮੌਕਾ ਮਿਲੇ। ਇਹ ਸਕੀਮ 3 ਮਹੀਨਿਆਂ ਦੇ ਲਈ ਹਰ ਵਰਗ ਦੇ ਖਪਤਕਾਰ, ਖਾਸ ਤੌਰ ਤੇ ਉਦਯੋਗਿਕ ਖਪਤਕਾਰਾਂ ਦੇ ਲਈ ਜਾਰੀ ਰਹੇਗੀ। ਇਸ ਸਕੀਮ ਨੂੰ ਕਹਿੰਦੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾਂ ਡਿਫਾਲਟਰਾਂ ਤੋਂ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਤੇ ਲੇਟ ਪੇਮੈਂਟ 18% ਵਿਆਜ ਨਾਲ ਲਈ ਜਾਂਦੀ ਸੀ। OTS ਸਕੀਮ ਦੇ ਤਹਿਤ ਵਿਆਜ ਰਾਸ਼ੀ ਘਟਾ ਕੇ 9% ਕੀਤੀ ਗਈ ਹੈ। ਤੇ ਇਸ ਸਕੀਮ ਦੇ ਤਹਿਤ ਦੂਜਾ ਫਾਇਦਾ ਇਹ ਹੈ ਕਿ ਪਹਿਲਾਂ ਫਿਕਸ ਚਾਰजेस ਬਿਜਲੀ ਕਨੈਕਸ਼ਨ ਕੱਟਣ ਤੋਂ ਲੈ ਕੇ ਜੋੜਨ ਤੱਕ ਵਸੂਲਿਆ ਜਾਂਦਾ ਸੀ। ਹੁਣ ਫਿਕਸ ਕਨੈਕਸ਼ਨ ਕੱਟਣ ਤੋਂ ਜੋੜਨ ਤੱਕ ਦੀ ਮਿਆਦ 6 ਮਹੀਨੇ ਹੁੰਦੀ ਹੈ ਤਾਂ ਕੋਈ ਪੈਸਾ ਨਹੀਂ ਲਿਆ ਜਾਊਗਾ। ਜੇ ਸਮਾਂ 6 ਮਹੀਨੇ ਤੋਂ ਵੱਧ ਹੈ ਤਾਂ ਪੈਸੇ ਭਰਨੇ ਪੈਣਗੇ। OTS ਸਕੀਮ ਅਧੀਨ ਤੀਜੀ ਛੋਟ ਜਿਹੜੀ ਦਿੱਤੀ ਗਈ ਹੈ ਉਸ ਮੁਤਾਬਿਕ ਹੁਣ 1 ਸਾਲ ਦੇ ਵਿੱਚ 4 ਕਿਸ਼ਤਾਂ ਰਾਹੀਂ ਪੇਮੈਂਟ ਕੀਤੀ ਜਾ ਸਕੇਗੀ। ਪਹਿਲਾਂ ਅਜਿਹੀ ਕੋਈ ਸਕੀਮ ਨਹੀਂ ਸੀ। ਸੋ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਕਿ ਬਿਜਲੀ ਦੇ ਬਿੱਲ ਭਰਨ ਦੇ ਡਿਫਾਲਟਰ ਨੇ ਜਾਂ ਫਿਰ ਆਰਥਿਕ ਸਮੱਸਿਆਵਾਂ ਕਰਕੇ ਉਹਨਾਂ ਨੇ ਕਿਸੇ ਵੀ ਕਾਰਨ ਕਰਕੇ ਬਿਜਲੀ ਦਾ ਬਿੱਲ ਨਹੀਂ ਭਰਿਆ, ਕਈ ਮਹੀਨਿਆਂ ਤੋਂ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਨੇ, ਉਹ ਹੁਣ ਇਸ ਸਕੀਮ ਦੇ ਰਾਹੀਂ ਆਪਣੇ ਬਿਜਲੀ ਦੇ ਬਿੱਲ ਭਰਵਾ ਕੇ ਦੁਬਾਰਾ ਕਨੈਕਸ਼ਨ ਲਗਵਾ ਸਕਦੇ ਨੇ। ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਇੱਕ ਨਵੀਂ ਕਾਰਵਾਈ ਸਾਹਮਣੇ ਆਈ ਹੈ ਤੇ ਇਸ ਕਾਰਵਾਈ ਦੇ ਵਿੱਚ ਫਸੇ ਹੋਏ ਨੇ ਪੰਜਾਬ ਦੇ ਇੱਕ ਨਾਮੀ ਅਖਬਾਰ ਦੇ ਮੁੱਖ ਸੰਪਾਦਕ, ਜਿਨ੍ਹਾਂ ਦਾ ਨਾਮ ਹੈ ਵਰਜਿੰਦਰ ਸਿੰਘ ਹਮਦਰਦ ਅਤੇ ਅਖਬਾਰ ਦਾ ਨਾਮ ਹੈ ਰੋਜ਼ਾਨਾ ਅਜੀਤ ਅਖਬਾਰ। ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗੇ ਆਜ਼ਾਦੀ ਯਾਦਗਾਰ ਦੇ ਮਾਮਲੇ ਦੇ ਵਿੱਚ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਤਲਬ ਕੀਤਾ ਹੈ, ਜਾਂਚ ਵਿੱਚ ਪੇਸ਼ ਹੋਣ ਦੇ ਲਈ ਸੱਦਿਆ ਹੈ। ਇਹ ਕਾਰਵਾਈ ਜਲੰਧਰ ਦੇ ਵਿੱਚ ਉਸਾਰੀ ਗਈ ਜੰਗੇ ਆਜ਼ਾਦੀ ਯਾਦਗਾਰ ਦੇ ਫੰਡਾਂ ਬਾਰੇ ਚੱਲ ਰਹੀ ਜਾਂਚ ਸੰਬੰਧੀ ਕੀਤੀ ਗਈ ਹੈ। ਵਰਜਿੰਦਰ ਸਿੰਘ ਹਮਦਰਦ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਸ਼ਖਸੀਅਤ ਨੇ ਅਤੇ ਜੰਗੇ ਆਜ਼ਾਦੀ ਦੇ ਸਕੱਤਰ ਲਖਵਿੰਦਰ ਸਿੰਘ ਜੌਲ ਨੂੰ ਵੀ ਇਸ ਤੋਂ ਪਹਿਲਾਂ ਵਿਜੀਲੈਂਸ ਤਲਬ ਕਰ ਚੁੱਕੀ ਹੈ। ਪਤਾ ਲੱਗਿਆ ਕਿ ਜੰਗੇ ਆਜ਼ਾਦੀ ਯਾਦਗਾਰ ਜਿਹੜੀ ਅਕਾਲੀ BJP ਸਰਕਾਰ ਦੇ ਵੱਲੋਂ ਬਣਾਈ ਗਈ ਸੀ, ਉਸ ਵਕਤ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਅਕਾਲੀ ਸਰਕਾਰ ਦੇ ਵੱਲੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਇਸ ਯਾਦਗਾਰ ਨੂੰ ਉਸਾਰਨ ਦੇ ਲਈ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੇ ਇਹਦੇ ਸਾਰੇ ਜਿਹੜੇ ਅਹੁਦੇ ਮਿਲੇ ਹੋਏ ਸੀ ਉਹਨਾਂ ਤੋਂ ਅਸਤੀਫਾ ਦੇ ਦਿੱਤਾ ਸੀ, ਪਾਸੇ ਹੋ ਗਏ ਸਨ ਤੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੀ ਉਹ ਹੋਏ ਸਨ ਤੇ ਹੁਣ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਵਿੱਢ ਹੀ ਰੱਖੀ ਹੈ ਤੇ 29 ਮਈ ਨੂੰ ਇਹਨਾਂ ਨੂੰ ਸ਼ਾਮਿਲ ਹੋਣ ਦੇ ਲਈ ਸੱਦਿਆ ਗਿਆ ਹੈ। ਵਿਚਾਲੇ 2 ਦਿਨ ਨੇ 27 ਤੇ 28 ਮਈ। 29 ਨੂੰ ਦੇਖਣਾ ਹੋਏਗਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਸੋਮਵਾਰ ਨੂੰ ਇੱਥੇ ਪੇਸ਼ੀ ਤੇ ਪਹੁੰਚਦੇ ਨੇ ਵਿਜੀਲੈਂਸ ਤੇ ਜਾਂ ਫਿਰ ਨਹੀਂ। ਤੇ ਵਿਜੀਲੈਂਸ ਦੇ ਇਸ ਕਾਰਵਾਈ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਖਿਲਾਫ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਭਗਵੰਤ ਮਾਨ ਤੇ ਉਹਨਾਂ ਦੀ ਆਪ ਸਰਕਾਰ ਬੇਸ਼ਰਮੀ ਭਰਿਆ ਕੰਮ ਕਰ ਰਹੀ ਹੈ। ਪੰਥ ਅਤੇ ਪੰਜਾਬ ਦੀ ਆਵਾਜ਼ ਅਜੀਤ ਅਤੇ ਪਦਮ ਭੂਸ਼ਣ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਇਹ ਬਹੁਤ ਹੀ ਸ਼ਰਮਸਾਰ ਕਾਰਵਾਈ ਹੈ। ਇਹ ਕਹਿੰਦੇ ਸਪਸ਼ਟ ਤੌਰ ਤੇ ਪ੍ਰੈਸ ਦੀ ਆਜ਼ਾਦੀ ਬਾਰੇ ਹਮਦਰਦ ਸਾਹਿਬ ਦੇ ਸਿਧਾਂਤਿਕ ਸਟੈਂਡ ਦਾ ਬਦਲਾ ਹੈ। ਬਾਦਲ ਨੇ ਕਿਹਾ ਕਿ ਗੈਰ ਪੰਜਾਬੀਆਂ ਵੱਲੋਂ ਚਲਾਈ ਗਈ ਇਹ ਸਰਕਾਰ ਪੰਜਾਬ ਦੀ ਜ਼ਮੀਰ ਦੀ ਆਵਾਜ਼ ਨੂੰ ਕਦੇ ਵੀ ਦਬਾ ਨਹੀਂ ਪਾਵੇਗੀ। ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਇਸ ਹੰਕਾਰੀ ਵਿਰੁੱਧ ਹਮਦਰਦ ਸਾਹਿਬ ਅਤੇ ਅਜੀਤ ਅਖਬਾਰ ਦੇ ਨਾਲ ਖੜਾ ਹੈ। ਅਜੀਤ ਅਖਬਾਰ ਦੇ ਨਾਲ ਉਹਨਾਂ ਨੇ ਪੰਜਾਬ ਦੀ ਆਵਾਜ਼ ਵੀ ਲਿਖਿਆ ਹੈ। ਪਿਛਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉਦੋਂ ਵੀ ਇਹ ਜਿਹੜਾ ਇੱਕ ਵਿਵਾਦ ਜਿਹਾ ਉੱਠਿਆ ਸੀ ਕਿ ਕੁਝ ਜਿਹੜੇ ਅਦਾਰੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਜੀਤ ਵੀ ਸ਼ਾਮਿਲ ਹੈ ਉਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਸੀ। ਉਸ ਵਕਤ ਵੀ ਅਕਾਲੀ ਦਲ ਨੇ ਅਖਬਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ।
ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇਸ ਗੱਲ ਤੋਂ ਹੈਰਾਨ ਨੇ ਕਿ ਕਿਸ ਤਰ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਭ੍ਰਿਸ਼ਟ ਆਪ ਸਰਕਾਰ ਜ਼ੁਲਮ ਕਰਕੇ ਪ੍ਰੈਸ ਦੀ ਆਜ਼ਾਦੀ ਨੂੰ ਦੱਬ ਰਹੀ ਹੈ, ਘਾਣ ਕਰ ਰਹੀ ਹੈ। ਅਜੀਤ ਅਖਬਾਰ ਦੇ ਐਮਡੀ ਪਦਮ ਭੂਸ਼ਣ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਪ੍ਰਤੀਕ ਨੇ ਤੇ ਪੰਜਾਬ ਦੀ ਆਪ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਖੜੇ ਨੇ। ਕਾਂਗਰਸ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਅਜੀਤ ਗਰੁੱਪ ਦੇ ਐਮਡੀ ਪਦਮ ਭੂਸ਼ਣ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਦੀ ਸਭ ਤੋਂ ਸਤਿਕਾਰਿਤ ਮੀਡੀਆ ਸ਼ਖਸੀਅਤਾਂ ਦੇ ਵਿੱਚੋਂ ਜਿਹੜੇ ਇੱਕ ਨੇ ਉਹਨਾਂ ਨੂੰ ਤਲਬ ਕਰਨਾ ਬਹੁਤ ਹੀ ਨਿੰਦਣਯੋਗ ਹੈ। ਅਜਿਹੀਆਂ ਦਬਾਅ ਦੀਆਂ ਚਾਲਾਂ ਦੇ ਨਾਲ ਆਪ ਪੰਜਾਬ ਮੀਡੀਆ ਦੇ ਵਿੱਚ ਜੋ ਵੀ ਆਜ਼ਾਦ ਆਵਾਜ਼ਾਂ ਬਚੀਆਂ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੀ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਕਹਿੰਦੇ ਪੰਜਾਬ ਦੇ ਵਿੱਚ ਇੱਕ ਬੇਈਮਾਨ ਮੀਡੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਸਿਰਫ ਉਸ ਦੇ ਮਾਲਕ ਦੀ ਆਵਾਜ਼ ਦੇ ਹੁਕਮਾਂ ਨੂੰ ਤੋਤੇ ਵਾਂਗ ਰਟੇਗਾ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਚੁੱਪ ਨਹੀਂ ਬੈਠੇ। ਉਹਨਾਂ ਨੇ ਵੀ ਇਸ ਮਾਮਲੇ ਤੇ ਸਰਕਾਰ ਨੂੰ ਘੇਰਦਿਆਂ ਟਵੀਟ ਕੀਤਾ ਹੈ ਕਿ ਕੌਮੀ ਪੱਧਰ ਤੇ ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਬਰਜਿੰਦਰ ਸਿੰਘ ਹਮਦਰਦ ਅਤੇ ਅਜੀਤ ਅਖਬਾਰ ਵਰਗੇ ਉੱਘੇ ਅਖਬਾਰ ਦੇ ਪੱਤਰਕਾਰਾਂ ਨੂੰ ਵੀ ਬਦਲਾਖੋਰੀ ਦੀ ਸਿਆਸਤ ਤੋਂ ਨਹੀਂ ਬਖਸ਼ ਰਹੇ। ਖਹਿਰਾ ਨੇ ਵੀ ਕਿਹਾ ਕਿ ਸਿਰਫ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਹੋਰ ਮੀਡੀਆ ਵਾਂਗ ਅਜੀਤ ਅਖਬਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਹਲੀਜ਼ ਤੇ ਪੈਰ ਨਹੀਂ ਧਰਦੇ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੀਡੀਆ ਦੀ ਆਜ਼ਾਦੀ ਦੇ ਉੱਤੇ ਹਮਲਾ ਕਰਨਾ ਬਹੁਤ ਹੀ ਮਾੜੀ ਗੱਲ ਹੈ, ਨਿੰਦਣਯੋਗ ਹੈ। ਜੰਗੇ ਆਜ਼ਾਦੀ ਯਾਦਗਾਰ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਬਣਾਈ ਗਈ ਹੈ ਤੇ ਇਸ ਦਾ ਨੀਂਹ ਪੱਥਰ ਅਕਾਲੀ ਦਲ ਬੀਜੇਪੀ ਸਰਕਾਰ ਦੇ ਵੱਲੋਂ ਰੱਖਿਆ ਗਿਆ ਸੀ ਤੇ ਪਹਿਲਾ ਪੜਾਅ ਅਕਾਲੀ ਦਲ ਦੀ ਸਰਕਾਰ ਵੇਲੇ 2016 ਦੇ ਵਿੱਚ ਪੂਰਾ ਹੋਇਆ ਸੀ ਤੇ ਫਿਰ ਅਗਲਾ ਦੂਜਾ ਤੇ ਤੀਸਰਾ ਪੜਾਅ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ 2020 ਦੇ ਵਿੱਚ ਪੂਰਾ ਹੋ ਗਿਆ ਸੀ ਤੇ ਹੁਣ ਇਹ ਯਾਦਗਾਰ ਸੈਲਾਨੀਆਂ ਦੇ ਲਈ ਖੋਲੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 27 ਮਈ ਨੂੰ ਯਾਨੀ ਕਿ ਸ਼ਨੀਚਰਵਾਰ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਮਾਨ ਨੇ ਸਖਤ ਫੈਸਲਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਨਵੀਂ ਦਿੱਲੀ 'ਚ ਹੋਣ ਵਾਲੀ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਫੈਸਲਾ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰਨ ਦੇ ਰੋਸ ਵਿੱਚ ਲਿਆ ਗਿਆ ਹੈ। ਪੰਜਾਬ ਦੇ ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਧਰੋਕ ਮਾਰ ਰਹੀ ਹੈ, ਪੰਜਾਬ ਨੂੰ ਵਿੱਤੀ ਤੌਰ ਤੇ ਨਪੀੜਿਆ ਜਾ ਰਿਹਾ ਹੈ। ਕਹਿੰਦੇ ਕੇਂਦਰ ਸਰਕਾਰ ਨੇ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਰੋਕੇ ਹੋਏ ਨੇ ਤੇ ਕੌਮੀ ਸਿਹਤ ਮਿਸ਼ਨ ਦਾ ਪੈਸਾ ਵੀ ਰਿਲੀਜ਼ ਨਹੀਂ ਕੀਤਾ। ਕਹਿੰਦੇ ਮੋਦੀ ਸਰਕਾਰ ਦਾ ਇਹ ਵਤੀਰਾ ਪੰਜਾਬ ਵਿਰੋਧੀ ਹੈ। ਪਿਛਲੇ 1 ਸਾਲ ਦੌਰਾਨ ਸੂਬਾ ਸਰਕਾਰ ਵੱਲੋਂ ਵਾਰੀ-ਵਾਰੀ ਬੇਨਤੀਆਂ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਸਾਲ ਹਾੜੀ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਨੂੰ ਆਰਡੀਐਫ ਦਾ ਪੈਸਾ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਮਾਨ ਨੇ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਸਾਨੂੰ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ ਰਹੀ ਹੈ। ਸੀਐਮ ਮਾਨ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਫੈਸਲਾ ਲਿਆ ਸੀ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ ਹੈ। ਹਾਲਾਂਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਅਗਸਤ 2022 ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸਨ ਤੇ ਉਸ ਵਕਤ ਵੀ ਉਹਨਾਂ ਨੇ ਪੰਜਾਬ ਦੀ ਅਣਦੇਖੀ ਦਾ ਮੁੱਦਾ ਚੁੱਕਿਆ ਸੀ ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਦੀ ਜਾਣਕਾਰੀ ਚਿੱਠੀ ਲਿਖ ਕੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰ ਤੇ ਹਮਲਾ ਹੋ ਰਿਹਾ ਹੈ, ਸੂਬਿਆਂ ਦੇ ਹੱਕ ਮਾਰੇ ਜਾ ਰਹੇ ਨੇ। ਕਹਿੰਦੇ ਉਹ ਦਿੱਲੀ ਦੇ ਵਿੱਚ ਨੌਕਰਸ਼ਾਹਾਂ ਦੇ ਤਬਾਦਲੇ ਤੇ ਕੇਂਦਰ ਦੇ ਤਾਜ਼ਾ ਆਰਡੀਨੈਂਸ ਦੇ ਵਿਰੋਧ ਵਜੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਪੀਐਮ ਨੂੰ ਸੰਬੋਧਨ ਕਰਦੇ ਕੇਜਰੀਵਾਲ ਲਿਖਦੇ ਨੇ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਸੂਬਿਆਂ ਦੀਆਂ ਗੈਰ ਬੀਜੇਪੀ ਸਰਕਾਰਾਂ ਨੂੰ ਤੋੜਿਆ ਜਾ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। 8 ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਪਰ 8 ਦਿਨਾਂ ਦੇ ਵਿੱਚ ਹੀ ਤੁਸੀਂ ਯਾਨੀ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਇਸ ਨੂੰ ਪਲਟ ਦਿੱਤਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਜੇ ਸਰਕਾਰ ਦਾ ਕੋਈ ਅਧਿਕਾਰੀ ਕੰਮ ਨਾ ਕਰੇ ਤਾਂ ਕੀ ਸਰਕਾਰ ਉਸ ਤੇ ਕਾਰਵਾਈ ਨਹੀਂ ਕਰ ਸਕਦੀ? ਇਸ ਤਰ੍ਹਾਂ ਸਰਕਾਰ ਕਿਵੇਂ ਚੱਲੂਗੀ? ਉਹਨਾਂ ਇਹ ਵੀ ਦਾਅਵਾ ਚਿੱਠੀ ਦੇ ਵਿੱਚ ਕੀਤਾ ਕਿ ਇਸ ਸਾਰੀ ਕਾਰਵਾਈ ਦੇ ਖਿਲਾਫ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ ਤੇ ਲੋਕ ਸਵਾਲ ਕਰ ਰਹੇ ਨੇ ਕਿ ਜੇ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦੇ ਤਾਂ ਲੋਕ ਨਿਆਂ ਲੈਣ ਦੇ ਲਈ ਕਿੱਧਰ ਜਾਣ? ਜਦੋਂ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਇਹਨਾਂ ਮੀਟਿੰਗਾਂ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਸੋ ਵਿਰੋਧ ਦੇ ਤੌਰ ਤੇ ਕਹਿੰਦੇ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਅਰਵਿੰਦ ਕੇਜਰੀਵਾਲ ਨੇ ਚਿੱਠੀ ਸ਼ੁੱਕਰਵਾਰ ਨੂੰ ਸ਼ਾਮ ਨੂੰ ਲਿਖੀ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਦੀ ਦੇਰ ਰਾਤੇ ਫੈਸਲਾ ਲੈ ਲਿਆ ਸੀ ਅਤੇ ਮੁੱਖ ਮੰਤਰੀ ਮਾਨ ਦੇ ਇਸ ਫੈਸਲੇ ਨੂੰ ਅਕਾਲੀ ਦਲ ਨੇ ਮੁੜ ਵਿਚਾਰਨ ਲਈ ਕਿਹਾ ਹੈ। ਅਕਾਲੀ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੂੰ ਮੁੜ ਤੋਂ ਸੋਚਣਾ ਚਾਹੀਦਾ ਹੈ ਕਿਉਂਕਿ ਮੀਟਿੰਗ ਦੇ ਵਿੱਚ ਸ਼ਾਮਲ ਜੇ ਨਹੀਂ ਹੋਣਗੇ ਤਾਂ ਪੰਜਾਬ ਨੂੰ ਕਾਫੀ ਨੁਕਸਾਨ ਹੋਵੇਗਾ। ਉਧਰ ਬੀਜੇਪੀ ਨੇ ਵੀ ਤੰਜ ਕੱਸਿਆ ਹੈ। ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਕੇਜਰੀਵਾਲ ਦੇ ਪਿੱਛੇ ਲੱਗ ਕੇ ਪੰਜਾਬ ਦਾ ਨੁਕਸਾਨ ਕਰਵਾ ਰਹੇ ਨੇ।
उत्तराखंड ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਾਰਨ 2 ਦਿਨਾਂ ਦੇ ਲਈ ਯਾਨੀ ਕਿ 25 ਤੇ 26 ਮਈ ਨੂੰ ਰੋਕੀ ਗਈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 27 ਮਈ ਤੋਂ ਫਿਰ ਸ਼ੁਰੂ ਹੋ ਜਾਏਗੀ। ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਮੌਸਮ ਸਾਫ਼ ਹੋਣ ਤੋਂ ਬਾਅਦ ਪ੍ਰਸ਼ਾਸਨ ਤੇ ਟਰਸਟ ਨੇ ਮਿਲ ਕੇ ਫੈਸਲਾ ਲਿਆ ਹੈ ਕਿ 27 ਮਈ ਤੋਂ ਮੁੜ ਤੋਂ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ 20 ਮਈ ਨੂੰ ਇਹ ਯਾਤਰਾ ਜਿਹੜੀ ਐਤਕੀ ਸਾਲ ਦੀ ਸ਼ੁਰੂ ਹੋਈ ਸੀ, ਪਰ ਭਾਰੀ ਬਰਫ਼ਬਾਰੀ ਹੋਣ ਕਰਕੇ ਰਾਹ ਜਦੋਂ ਫਿਰ ਬੰਦ ਹੋ ਗਈ ਸੀ ਤਾਂ ਨਰਿੰਦਰਜੀਤ ਸਿੰਘ ਬਿੰਦਰਾ ਨੇ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਇਸ ਯਾਤਰਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਰੋਕ ਦਿੱਤਾ ਗਿਆ ਹੈ। ਸੰਗਤ ਜਿਹੜੀ ਤਾਂ ਰਿਸ਼ੀਕੇਸ਼ ਤੱਕ ਪਹੁੰਚੀ ਸੀ ਉਸ ਨੂੰ ਰਿਸ਼ੀਕੇਸ਼ ਹੀ ਰੋਕ ਦਿੱਤਾ ਗਿਆ ਸੀ। ਜਿਹੜੀ ਗੋਬਿੰਦ ਘਾਟ ਤੱਕ ਪਹੁੰਚ ਗਈ ਸੀ ਉਹਨਾਂ ਨੂੰ ਗੁਰਦੁਆਰਾ ਗੋਬਿੰਦ ਘਾਟ ਤੱਕ ਠਹਿਰਾ ਦਿੱਤਾ ਗਿਆ ਸੀ। ਤੇ ਹੁਣ 2 ਦਿਨ ਬਰਫ਼ਬਾਰੀ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਅਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਬਰਫ਼ ਹਟਾਉਣ ਦਾ ਕੰਮ ਬੜੀ ਤੇਜ਼ੀ ਦੇ ਨਾਲ ਕੀਤਾ ਅਤੇ ਰਾਹ ਦੇ ਵਿੱਚੋਂ ਬਰਫ਼ ਫਿਰ ਹਟਾ ਦਿੱਤੀ ਗਈ ਹੈ ਤੇ ਸੰਗਤ ਹੈ ਜਿਹੜੀ ਉਹ ਦਰਸ਼ਨਾਂ ਦੇ ਲਈ ਮੁੜ ਤੋਂ ਜਾ ਸਕਦੀ ਹੈ। ਨਾਲ ਹੀ ਐਨਐਸ ਬਿੰਦਰਾ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਨਾਲ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਲੋੜੀਂਦੇ ਜਿਹੜੇ ਠੰਡ ਵਾਲੇ ਕੱਪੜੇ ਨੂੰ ਜ਼ਰੂਰ ਲੈ ਕੇ ਆਉਣ। ਹਾਲਾਂਕਿ ਨਿਵਾਸ ਅਤੇ ਲੰਗਰ ਦੇ ਪੂਰੇ ਪ੍ਰਬੰਧ ਟਰਸਟ ਦੇ ਵੱਲੋਂ ਕੀਤੇ ਜਾਂਦੇ ਨੇ ਤੇ ਨਾਲ ਹੀ ਉਹਨਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਹਾਲ ਦੀ ਘੜੀ ਥੋੜੇ ਦਿਨ ਹਾਲੇ ਇਸ ਯਾਤਰਾ ਤੇ ਆਉਣ ਤੋਂ ਗੁਰੇਜ਼ ਵੀ ਕੀਤਾ ਸੀ। ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਕਿ ਬੇਅਦਬੀ ਮਾਮਲਿਆਂ ਨੂੰ ਸੀਬੀਆਈ ਦੇ ਹਵਾਲੇ ਕੀਤਾ ਜਾਵੇ। ਗੁਰਮੀਤ ਰਾਮ ਰਹੀਮ ਇਹਨਾਂ ਮਾਮਲਿਆਂ ਦੇ ਵਿੱਚ ਮੁੱਖ ਮੁਲਜ਼ਮ ਹੈ, ਪਰ ਵਾਰੀ-ਵਾਰੀ ਅਪੀਲਾਂ ਕਰਨ ਦੇ ਬਾਵਜੂਦ ਵੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਦੇ ਵਿੱਚ ਲਿਆ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਹਾਲੇ ਅਦਾਲਤ ਦੇ ਵੱਲੋਂ ਨਹੀਂ ਮਿਲੀ ਹੈ। ਪਰ ਗੁਰਮੀਤ ਰਾਮ ਰਹੀਮ ਦੀ ਜਿਹੜੀ ਪਟੀਸ਼ਨ ਹੈ ਉਸ ਤੇ ਸੁਣਵਾਈ ਕਰਨ ਦੇ ਲਈ ਜ਼ਰੂਰ ਅਦਾਲਤ ਰਾਜ਼ੀ ਹੋ ਗਈ ਸੀ ਤੇ ਅਦਾਲਤ ਨੇ ਜਿਹੜੀ ਇਹ ਸੁਣਵਾਈ ਸ਼ੁਰੂ ਕਰਨ ਤੇ ਸਹਿਮਤੀ ਜਤਾਈ ਹੈ। ਉਸ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਬਹਿਸ ਕੀਤੀ ਗਈ ਸ਼ੁੱਕਰਵਾਰ ਦੀ ਸੁਣਵਾਈ ਦੇ ਵਿੱਚ ਤੇ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਤੇ ਪਾ ਦਿੱਤੀ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਰੋਟਰੀ ਆਈ ਬੈਂਕ ਅਤੇ ਕਾਰਨੀਆ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਕੋਲ ਆਪਣਾ ਡੋਨੇਸ਼ਨ ਫਾਰਮ ਭਰਿਆ ਹੈ। ਮਾਨ ਸਰਕਾਰ ਦੇ ਵਿੱਚ ਅੱਖਾਂ ਦਾਨ ਕਰਨ ਵਾਲੇ ਲਾਲਜੀਤ ਸਿੰਘ ਭੁੱਲਰ ਪਹਿਲੇ ਕੈਬਨਿਟ ਮੰਤਰੀ ਬਣ ਗਏ ਨੇ। ਭਾਰਤ ਦੀ ਕੌਮੀ ਸਾਈਬਰ ਸੁਰੱਖਿਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ, ਖਾਸ ਕਰਕੇ ਇਹ ਚੇਤਾਵਨੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਐਂਡਰਾਇਡ ਫੋਨ ਯੂਜ਼ ਕਰਦੇ ਨੇ। ਚੇਤਾਵਨੀ ਦਿੱਤੀ ਗਈ ਹੈ ਕਿ ਐਂਡਰਾਇਡ ਦੇ ਵਿੱਚ ਇੱਕ ਦਾਮ ਨਾਮੀ ਮਾਲਵੇਅਰ ਕਾਲ ਰਿਕਾਰਡ, ਸੰਪਰਕ ਜਾਣਕਾਰੀ, ਪਿਛਲੀਆਂ ਫੋਨ ਗਤੀਵਿਧੀਆਂ ਤੇ ਮੋਬਾਈਲ ਫੋਨਾਂ ਦੇ ਕੈਮਰੇ ਵਰਗੇ ਸੰਵੇਦਨਸ਼ੀਲ ਡੇਟਾ ਨੂੰ ਹੈਕ ਕਰਦਾ ਹੈ। ਯਾਨੀ ਕਿ ਦਾਮ ਨਾਮ ਦਾ ਇੱਕ ਵਾਇਰਸ ਹੈ ਜਿਹੜਾ ਕਿ ਐਂਡਰਾਇਡ ਫੋਨਾਂ ਦੇ ਵਿੱਚੋਂ ਸਾਰੀ ਜਾਣਕਾਰੀ ਹੈਕ ਕਰ ਰਿਹਾ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਜਾਂ CRT ਨੇ ਭਰੋਸੇਯੋਗ ਵੈਬਸਾਈਟਾਂ ਤੇ ਜਾਣ ਅਤੇ ਅਵਿਸ਼ਵਾਸਯੋਗ ਲਿੰਕਾਂ ਤੇ ਕਲਿੱਕ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਯਾਨੀ ਕਿ ਜੇ ਤੁਸੀਂ ਐਂਡਰਾਇਡ ਫੋਨ ਯੂਜ਼ ਕਰਦੇ ਹੋ ਤਾਂ ਕੋਈ ਵੀ ਜਿਹੜਾ ਲਿੰਕ ਤੁਹਾਡੇ ਕੋਲੇ ਆ ਜਾਂਦਾ ਹੈ ਉਹਨੂੰ ਤੁਸੀਂ ਕਲਿੱਕ ਕਰਨ ਤੋਂ ਗੁਰੇਜ਼ ਕਰੋ। ਜਿਹੜੇ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਕਿਸ ਨੇ ਭੇਜਿਆ ਹੈ, ਕਿਉਂ ਭੇਜਿਆ ਹੈ, ਉਹਨਾਂ ਨੂੰ ਬਿਲਕੁਲ ਵੀ ਕਲਿੱਕ ਨਾ ਕਰੋ ਕਿਉਂਕਿ ਉਹ ਕਈ ਵਾਰੀ ਹੈਕਰਸ ਦੇ ਹੁੰਦੇ ਨੇ। ਤੁਸੀਂ ਉਹ ਤੇ ਕਲਿੱਕ ਕਰਕੇ ਹੈਕਰ ਨੂੰ ਤੁਹਾਡੇ ਫੋਨ ਤੱਕ ਸੌਖੇ ਪਹੁੰਚਾਉਣ ਦੇ ਵਿੱਚ ਮਦਦ ਕਰ ਦਿੰਦੇ ਹੋ ਤੇ ਜਿਹੜੇ ਬਹੁਤ ਹੀ ਭਰੋਸੇਯੋਗ ਵੈਬਸਾਈਟਾਂ ਨੇ ਉਹੀ ਤੁਸੀਂ ਆਪਣੇ ਫੋਨ ਦੇ ਵਿੱਚ ਖੋਲੋ। ਐਂਟੀਵਾਇਰਸ ਅਤੇ ਐਂਟੀ ਸਪਾਈਵੇਅਰ ਸੌਫਟਵੇਅਰ ਨੂੰ ਡਾਊਨਲੋਡ ਨਾ ਕਰੋ। ਸ਼ੱਕੀ ਨੰਬਰਾਂ ਵਾਲੇ ਫੋਨ ਨੰਬਰਾਂ ਦੇ ਸੁਨੇਹਿਆਂ ਤੋਂ ਵੀ ਸੁਚੇਤ ਰਹੋ। ਹਾਦਸਿਆਂ ਘਟਨਾਵਾਂ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਤੁਹਾਨੂੰ ਦੇ ਦਿੰਦੇ ਹਾਂ। ਜਲੰਧਰ ਤੋਂ ਖਬਰ ਹੈ ਜਿੱਥੇ ਪੁਲਿਸ ਤੇ ਵਿਦਿਆਰਥੀਆਂ ਦੇ ਵਿਚਾਲੇ ਝੜਪ ਹੋਈ ਹੈ। ਪੁਲਿਸ ਨੇ ਇੱਥੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਦਰਅਸਲ ਸੜਕ ਤੇ ਜਾਮ ਲਾਇਆ ਹੋਇਆ ਸੀ। SC ਸਟੂਡੈਂਟਸ ਦੀ ਸਕਾਲਰਸ਼ਿਪ ਜਾਰੀ ਕਰਨ ਦੀ ਮੰਗ ਕਰ ਰਹੇ ਸਨ ਤੇ ਵਿਦਿਆਰਥੀਆਂ ਨੇ ਪੁਲਿਸ ਤੇ ਮੋਬਾਈਲ ਫੋਨ ਖੋਹਣ ਦਾ ਵੀ ਇਲਜ਼ਾਮ ਲਾਇਆ। ਫਗਵਾੜਾ ਤੋਂ ਇੱਕ ਖਬਰ ਹੈ ਜਿੱਥੇ ਗੁਰਾਇਆਂ ਦੇ ਨੇੜੇ ਇੱਕ ਟਰੱਕ ਕਲੀਨਰ ਨੇ ਕਥਿਤ ਤੌਰ ਤੇ ਆਪਣੇ ਹੀ ਡਰਾਈਵਰ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਅੱਗ ਲਾ ਦਿੱਤੀ ਤੇ ਸੜੀ ਹੋਈ ਲਾਸ਼ ਗੁਰਾਇਆ ਨੇੜਲੇ ਪਿੰਡ ਦੇ ਵਿੱਚ ਕੂੜੇ ਵਿੱਚ ਸੁੱਟ ਦਿੱਤੀ। ਘਟਨਾ ਸਥਾਨ ਦਾ ਦੌਰਾ ਕਰਨ ਪਹੁੰਚੇ SPD ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਕਲੀਨਰ ਨੇ ਟਰੱਕ ਡਰਾਈਵਰ ਦਾ ਕਤਲ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ ਤੇ ਅੱਧ-ਸੜੀ ਲਾਸ਼ ਇੱਥੋਂ ਮਿਲੀ ਹੈ। ਟਰੱਕ ਡਰਾਈਵਰ ਸਤਨਾਮ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ। ਗੈਸ ਸਿਲੰਡਰ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਬਲਵਿੰਦਰ ਨੇ ਪੁਲਿਸ ਨੂੰ ਦੱਸਿਆ ਕਿ 2 ਦਿਨ ਪਹਿਲਾਂ ਸਤਨਾਮ ਜਲੰਧਰ ਦੇ ਵਿੱਚ ਆਕਸੀਜਨ ਗੈਸ ਸਿਲੰਡਰ ਦੀ ਡਿਲੀਵਰੀ ਕਰਵਾਉਣ ਦੇ ਲਈ ਕਹਿ ਕੇ ਘਰੋਂ ਗਿਆ ਸੀ। ਮ੍ਰਿਤਕ ਦੇ ਨਾਲ ਗਿਆ ਕਲੀਨਰ ਪੰਕਜ ਲਾਪਤਾ ਹੋ ਗਿਆ।
ਪੁਲਿਸ ਨੇ ਟਰੱਕ ਨੂੰ ਲੁਧਿਆਣਾ 'ਚ ਲੱਭ ਲਿਆ ਜਦਕਿ ਪੰਕਜ ਫਰਾਰ ਹੈ। ਗੁਰਾਇਆ ਦੇ ਐਸਐਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪੰਕਜ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਤੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ। ਅੰਮ੍ਰਿਤਸਰ ਦੇ ਰਿਆੜ ਪਿੰਡ ਤੋਂ ਖਬਰ ਆਈ ਹੈ ਜਿੱਥੇ ਚੋਰਾਂ ਨੇ ਗੁਰੂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੁਰੂ ਘਰ ਦੀ ਗੋਲਕ ਤੋੜਨ ਦੇ ਵਿੱਚ ਤਾਂ ਚੋਰ ਨਾਕਾਮ ਰਹੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ LCD ਲੈ ਕੇ ਫਰਾਰ ਹੋ ਗਏ। ਲੁਧਿਆਣਾ ਦੇ ਖੰਨਾ ਤੋਂ ਖਬਰ ਹੈ ਜਿੱਥੇ SSP ਦਫ਼ਤਰ ਦੇ ਵਿੱਚ ਇੱਕ DSP ਦੇ ਗਨਮੈਨ ਨੂੰ ਗੋਲੀ ਲੱਗਣ ਦੀ ਖਬਰ ਮਿਲੀ ਹੈ। ਸਰਵਿਸ ਰਿਵਾਲਵਰ ਨੂੰ ਸਾਫ਼ ਕਰਦਿਆਂ ਅਚਾਨਕ ਉਹਦੇ ਵਿੱਚੋਂ ਗੋਲੀ ਵੱਜੀ ਤੇ ਗਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਰਸ਼ਪਿੰਦਰ ਵਜੋਂ ਹੋਈ ਹੈ। ਰਸ਼ਪਿੰਦਰ ਸਿੰਘ ਵੂਮਨ ਸੈੱਲ ਦੇ DSP ਗੁਰਮੀਤ ਸਿੰਘ ਦੇ ਨਾਲ ਬਤੌਰ ਗਨਮੈਨ ਤੈਨਾਤ ਸੀ। ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਥਾਣਾ ਕਸਨਾ ਇਲਾਕੇ ਦੇ ਵਿੱਚ ਅੱਜ ਤੜਕੇ ਤੇਜ਼ ਰਫ਼ਤਾਰ ਟਰੱਕ ਨੇ ਪੰਜਾਬ ਤੋਂ ਬਿਹਾਰ ਜਾ ਰਹੀ ਡਬਲ ਡੈਕਰ ਬੱਸ ਨੂੰ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇ ਤੇ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 28 ਜ਼ਖਮੀ ਹੋ ਗਏ। ਯਾਨੀ ਕਿ ਪੰਜਾਬ ਤੋਂ ਬਿਹਾਰ ਨੂੰ ਜਾ ਰਹੀ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਇੱਕ ਮੌਤ ਤੇ 28 ਜ਼ਖਮੀ ਹੋ ਗਏ। ਹਾਦਸੇ ਦੇ ਵਿੱਚ ਜ਼ਖਮੀ 28 ਵਿਅਕਤੀਆਂ ਨੂੰ ਗ੍ਰੇਟਰ ਨੋਇਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ 11 ਦੀ ਹਾਲਤ ਨਾਜ਼ੁਕ ਹੈ। ਕਈਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਬੱਸ ਵਿੱਚ ਸਵਾਰ ਲੋਕ ਪੰਜਾਬ ਤੋਂ ਬਿਹਾਰ ਤੇ ਨੇਪਾਲ ਜਾ ਰਹੇ ਸਨ। ਕੈਲੀਫੋਰਨੀਆ ਦੇ ਫ੍ਰਿਜ਼ਨੋ ਤੋਂ ਖਬਰ ਹੈ ਜਿੱਥੇ ਨੇੜਲੇ ਸ਼ਹਿਰ ਕਲੋਵਸ ਦੇ ਵਿੱਚ ਘਰੇਲੂ ਹਿੰਸਾ ਦੇ ਨਾਲ ਜੁੜੀ ਖਬਰ ਆਈ ਹੈ। ਕਲੋਵਸ ਪੁਲਿਸ ਵਿਭਾਗ ਦੇ ਮੁਤਾਬਿਕ ਇੱਥੇ ਇੱਕ 29 ਸਾਲ ਦੇ ਵਿਅਕਤੀ ਨੂੰ ਘਰੇਲੂ ਹਿੰਸਾ ਅਤੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਜਦੋਂ ਉਸਨੇ ਆਪਣੀ ਪਤਨੀ ਤੇ ਜਾਨਲੇਵਾ ਹਮਲਾ ਕੀਤਾ। ਅਧਿਕਾਰੀਆਂ ਮੁਤਾਬਿਕ ਵਿਅਕਤੀ ਨੂੰ ਰਾਤੋਂ ਰਾਤ ਫ੍ਰਿਜ਼ਨੋ ਤੋਂ ਤਕਰੀਬਨ 50 ਮੀਲ ਦੂਰ ਲਾਸ ਬਾਨੋਸ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਸਨੇ ਆਪਣੀ ਪਤਨੀ ਨੂੰ ਜਾਨਲੇਵਾ ਸੱਟਾਂ ਮਾਰ ਕੇ ਹਸਪਤਾਲ ਪਹੁੰਚਾ ਦਿੱਤਾ ਸੀ। ਅਮਰੀਕਾ ਤੋਂ ਇੱਕ ਹੋਰ ਖਬਰ ਹੈ ਜਿੱਥੇ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ ਹੋ ਗਿਆ। ਮਨਜਿੰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ। ਮਨਜਿੰਦਰ ਸਿੰਘ ਸ਼ੇਰਗਿੱਲ ਦੀ ਮੌਤ ਦੇ ਨਾਲ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਸੋਗ ਦੀ ਲਹਿਰ ਹੈ। ਮਨਜਿੰਦਰ ਸਿੰਘ ਸ਼ੇਰਗਿੱਲ ਪੰਜਾਬ ਦੇ ਸ਼ਹਿਰ ਬੰਗਾ ਨੇੜਲੇ ਪਿੰਡ ਚੱਕ ਬਿਲਗਾ ਦਾ ਰਹਿਣ ਵਾਲਾ ਸੀ। ਮਨਜਿੰਦਰ ਸਿੰਘ ਦਾ ਅੰਤਿਮ ਸੰਸਕਾਰ 30 ਮਈ ਨੂੰ ਦੁਪਹਿਰੇ 12 ਵਜੇ ਲੇਕਵੁੱਡ ਫਿਊਨਰਲ ਹੋਮ 900 ਸੈਂਟਾ ਫੀ ਐਵੇਨਿਊ ਹਗਸਨ ਦੇ ਵਿੱਚ ਕੀਤਾ ਜਾਵੇਗਾ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਯਾਨੀ ਕਿ ਐਤਵਾਰ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਜਾ ਰਹੇ ਨੇ। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਹੁੰਚੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਦੇ ਲਈ ਲੋਕ ਸਭਾ ਸਕੱਤਰੇਤ ਨੂੰ ਨਿਰਦੇਸ਼ ਦੇਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਰੱਦ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਇਹ ਪਟੀਸ਼ਨ ਕਿਉਂ ਦਾਖਲ ਹੋਈ ਤੇ ਅਜਿਹੀਆਂ ਪਟੀਸ਼ਨਾਂ ਨੂੰ ਦੇਖਣਾ ਸੁਪਰੀਮ ਕੋਰਟ ਦਾ ਕੰਮ ਨਹੀਂ ਹੈ। ਤੇ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਕੇਂਦਰ ਸਰਕਾਰ 75 ਰੁਪਏ ਦਾ ਖਾਸ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ ਦੇ ਵਿੱਚ ਇਹ ਸਿੱਕਾ ਜਾਰੀ ਕੀਤਾ ਜਾਵੇਗਾ। ਸਿੱਕੇ ਦੇ ਇੱਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ ਜਿਸ ਦੇ ਹੇਠਾਂ ਸਤਿਅਮੇਵ ਜਯੰਤੇ ਲਿਖਿਆ ਹੋਵੇਗਾ। ਸਿੱਕੇ ਦੇ ਦੂਸਰੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ। ਇਹ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਇੱਕ ਯਾਦਗਾਰੀ ਸਿੱਕਾ ਹੈ। 3800 ਰੁਪਏ ਪ੍ਰਤੀ ਸਿੱਕਾ ਦੀ ਦਰ ਦੇ ਨਾਲ ਇਸ ਨੂੰ ਵੇਚਿਆ ਜਾਵੇਗਾ। ਸਿੱਕੇ ਦਾ ਭਾਰ 35 ਗ੍ਰਾਮ ਹੋਵੇਗਾ ਤੇ 4 ਧਾਤਾਂ ਦਾ ਬਣਿਆ ਹੋਵੇਗਾ। ਸੋ 28 ਮਈ ਨੂੰ ਆਖਿਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਵਿਰੋਧ ਦੇ ਬਾਵਜੂਦ ਨਵੇਂ ਸੰਸਦ ਭਵਨ ਦੀ ਨਵੀਂ ਇਮਾਰਤ ਆਲੀਸ਼ਾਨ ਇਮਾਰਤ ਦਾ ਉਦਘਾਟਨ ਕਰਨ ਜਾ ਰਹੇ ਨੇ। ਸਭ ਤੋਂ ਅਹਿਮ ਗੱਲ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਨਹੀਂ ਸੱਦਿਆ ਗਿਆ ਜਿਸ ਦਾ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਨੇ। ਕਾਂਗਰਸ ਸਮੇਤ ਦੇਸ਼ ਭਰ ਦੀਆਂ 20 ਤੋਂ 22 ਪਾਰਟੀਆਂ ਨੇ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਵੀ ਇੱਕ ਹੈ ਜਦਕਿ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਸ਼ਾਮਲ ਹੋਣਗੇ। ਅੱਜ ਭਾਰਤ ਦੇ ਵਿੱਚ ਮੋਦੀ ਸਰਕਾਰ ਬਣੇ ਨੂੰ ਪੂਰੇ 9 ਸਾਲ ਹੋ ਚੁੱਕੇ ਨੇ ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ 9 ਸਾਲ 9 ਸਵਾਲ ਨਾਮੀ ਕਿਤਾਬਚਾ ਜਾਰੀ ਕਰ ਦਿੱਤਾ ਤੇ ਇਹ ਕਿਤਾਬਚਾ ਜਾਰੀ ਕਰਦਿਆਂ ਕਿਹਾ ਹੈ ਕਿ 26 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਾਫੀ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 9 ਸਾਲਾਂ ਬਾਅਦ ਅੱਜ ਕਾਂਗਰਸ ਮੋਦੀ ਸਰਕਾਰ ਨੂੰ 9 ਸਵਾਲ ਪੁੱਛ ਰਹੀ ਹੈ। ਇਹ ਸਵਾਲ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਵੀ ਪੁੱਛੇ ਸਨ ਪਰ ਪ੍ਰਧਾਨ ਮੰਤਰੀ ਤੇ ਬੀਜੇਪੀ ਸਰਕਾਰ ਦੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਸਵਾਲ ਕੀਤਾ, ਕਹਿੰਦੇ ਪ੍ਰਧਾਨ ਮੰਤਰੀ ਜੀ ਮਹਿੰਗਾਈ ਤੇ ਬੇਰੁਜ਼ਗਾਰੀ ਕਿਉਂ ਅਸਮਾਨ ਛੂ ਰਹੀ ਹੈ? ਇਹ ਆਰਥਿਕ ਅਸਮਾਨਤਾ ਕਿਉਂ ਵਧ ਰਹੀ ਹੈ? ਅਜਿਹਾ ਕਿਉਂ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ? ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ? ਅਗਲਾ ਸਵਾਲ, MSP ਦੀ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤੀ ਗਈ? ਗੌਤਮ ਅਡਾਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ SBI ਤੇ LIC ਦੇ ਵਿੱਚ ਜਮ੍ਹਾਂ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਗਰੁੱਪ ਦੇ ਵਿੱਚ ਕਿਉਂ ਲਗਾਈ ਗਈ? ਅਡਾਨੀ ਗਰੁੱਪ ਦੀਆਂ ਸ਼ੈਲ ਕੰਪਨੀਆਂ ਦੇ ਵਿੱਚ ਜਮ੍ਹਾਂ 20,000 ਕਰੋੜ ਰੁਪਏ ਕਿਸ ਦੇ ਨੇ? ਅਗਲਾ ਸਵਾਲ, ਪ੍ਰਧਾਨ ਮੰਤਰੀ ਜੀ ਚੀਨ ਨੂੰ ਅੱਖ ਦਿਖਾਉਣ ਦੀ ਗੱਲ ਕਰਨ ਦੇ ਬਾਵਜੂਦ ਤੁਸੀਂ ਚੀਨ ਨੂੰ ਕਲੀਨ ਚਿੱਟ ਕਿਉਂ ਦਿੱਤੀ?
ਸਿਆਸੀ ਲਾਹੇ ਦੇ ਲਈ ਡਰ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ? ਤੁਸੀਂ ਔਰਤਾਂ, ਦਲਿਤਾਂ, ਆਦੀਵਾਸੀਆਂ ਤੇ ਘੱਟ ਗਿਣਤੀਆਂ ਤੇ ਹੋ ਰਹੇ ਅਤਿਆਚਾਰਾਂ ਤੇ ਚੁੱਪ ਕਿਉਂ ਹੋ? ਜਾਤੀ ਆਧਾਰਿਤ ਜਨਗਣਨਾ ਤੇ ਤੁਸੀਂ ਚੁੱਪ ਕਿਉਂ ਹੋ? ਅਜਿਹਾ ਕਿਉਂ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਦੇ ਵਿਰੁੱਧ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ? ਕੀ ਇਹ ਨਹੀਂ ਹੈ ਕਿ 40 ਲੱਖ ਲੋਕਾਂ ਦੀ ਕੁਪ੍ਰਬੰਧਨ ਕਾਰਨ ਮੌਤ ਹੋ ਗਈ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ? ਆਖਿਰ ਕਿਉਂ ਨਹੀਂ ਦਿੱਤਾ ਗਿਆ? ਪ੍ਰਧਾਨ ਮੰਤਰੀ ਜੀ, ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ, ਬੋਲਣਾ ਚਾਹੀਦਾ ਹੈ। ਇਹ ਕਾਂਗਰਸ ਨੇ ਪੁੱਛੇ ਨੇ 9 ਸਾਲਾਂ ਤੇ 9 सवाल। साथियों, आज ही के दिन 9 साल पहले नरेंद्र मोदी जी हमारे देश के प्रधानमंत्री बने। 9 साल बाद आज कांग्रेस पार्टी प्रधानमंत्री जी से 9 सवाल पूछ रहे हैं। ये सवाल राहुल गांधी जी ने भारत जोड़ो यात्रा के समय पहले उठाया था, बार बार उठाते रहे, कोई जवाब नहीं आया सरकार की ओर से, प्रधानमंत्री की ओर से। और आज के दिन हम मजबूर हैं कि वही 9 सवाल हमें फिर से उठाना पड़ रहा है। ਤੇ ਸੱਤਾ ਦੇ ਵਿੱਚ ਬੀਜੇਪੀ ਸਰਕਾਰ ਕਾਂਗਰਸ ਦੇ ਇਸ ਤਿੱਖੇ ਹਮਲੇ ਦਾ ਜਵਾਬ ਕਿਵੇਂ ਨਾ ਦੇਵੇ? ਬੀਜੇਪੀ ਨੇ ਵੀ ਕਾਂਗਰਸ ਦੇ ਇਹਨਾਂ ਸਵਾਲਾਂ ਦੇ ਤਿੱਖੇ ਅੰਦਾਜ਼ ਦੇ ਵਿੱਚ ਜਵਾਬ ਦਿੱਤੇ ਨੇ। ਕਾਂਗਰਸ ਦੇ ਬੁਲਾਰੇ ਤੇ ਐਮਪੀ ਰਵੀ ਸ਼ੰਕਰ ਪ੍ਰਸਾਦ ਨੇ ਜਵਾਬ ਦਿੱਤਾ ਹੈ। ਕਹਿੰਦੇ ਤੁਸੀਂ ਆਲੋਚਨਾ ਕਰੋ, ਪਰ ਆਲੋਚਨਾ ਦੇ ਵਿੱਚ ਤੁਸੀਂ ਦੇਸ਼ ਦੇ ਅੰਦਰ ਦੇ ਸੰਕਲਪ ਨੂੰ ਕਮਜ਼ੋਰ ਨਾ ਕਰੋ। ਕਾਂਗਰਸ ਪਾਰਟੀ ਨੇ ਕਹਿੰਦੇ ਨਰਿੰਦਰ ਮੋਦੀ ਸਰਕਾਰ ਤੋਂ 9 ਸਾਲ ਪੂਰੇ ਹੋਣ ਤੇ ਸ਼ਾਇਦ 9 ਸਵਾਲ ਪੁੱਛੇ ਨੇ, ਪਰ ਉਹ ਝੂਠ ਦਾ ਸਭ ਤੋਂ ਵੱਡਾ ਪੁਲਿੰਦਾ ਨੇ ਤੇ ਉਲਟਾ ਹੁਣ ਬੀਜੇਪੀ ਨੇ ਕਾਂਗਰਸ ਨੂੰ ਕਈ ਸਵਾਲ ਪੁੱਛੇ ਨੇ। ਕਹਿੰਦੇ ਉਹ ਕਾਂਗਰਸ ਕਰਪਸ਼ਨ ਤੇ ਸਵਾਲ ਪੁੱਛ ਰਹੀ ਹੈ ਜਿਸ ਦੇ ਸ਼ਾਸਨ ਕਾਲ ਦੇ ਵਿੱਚ 2G ਘੁਟਾਲਾ ਹੋਇਆ, ਕਾਮਨਵੈਲਥ ਘੁਟਾਲਾ ਹੋਇਆ, ਆਦਰਸ਼ ਘੁਟਾਲਾ, ਬੋਫੋਰਸ ਅੰਤਰਿਕਸ਼ ਘੁਟਾਲਾ, ਹੈਲੀਕਾਪਟਰ ਘੁਟਾਲਾ, ਕਿੰਨੇ ਵੱਡੇ ਵੱਡੇ ਘੁਟਾਲੇ ਹੋਏ, ਤੁਸੀਂ ਤਾਂ ਸਵਾਲ ਪੁੱਛਣ ਦੇ ਹੱਕਦਾਰ ਹੀ ਨਹੀਂ ਹੋ। ਜਵਾਬ ਹੀ ਦਿੱਤਾ। ਕਹਿੰਦੇ ਭਾਰਤ ਦੇ ਵਿੱਚ ਡਿਜੀਟਲ ਪੇਮੈਂਟ ਦਾ ਅੰਕੜਾ $10 ਬਿਲੀਅਨ ਦਾ ਹੈ। ਚਾਹੇ ਡਿਜੀਟਲ ਇੰਡੀਆ ਹੋਵੇ, ਡਿਜੀਟਲ ਪੇਮੈਂਟ ਹੋਵੇ, GST ਜਾਂ ਫਿਰ ਹੋਰ ਡਿਜੀਟਲਾਈਜੇਸ਼ਨ ਵਾਲੇ ਕੰਮ ਹੋਣ। ਤੇ ਕਹਿੰਦੇ ਕਾਂਗਰਸ ਕੌਮੀ ਸੁਰੱਖਿਆ ਤੇ ਸਵਾਲ ਪੁੱਛ ਰਹੀ ਹੈ, ਉਹ ਵੀ ਚੀਨ ਦੇ ਲਹਿਜੇ ਦੇ ਨਾਲ। ਕਾਂਗਰਸ ਦੇ ਮਿੱਤਰੋ ਸੁਣ ਲਓ, ਭਾਰਤ ਦੀ ਜ਼ਮੀਨ ਜਿਹੜੀ ਗਈ ਹੈ ਉਹ ਕਾਂਗਰਸ ਦੀ ਸਰਕਾਰ ਦੇ ਵੇਲੇ ਹੀ ਗਈ ਹੈ, ਬੀਜੇਪੀ ਸਰਕਾਰ ਦੇ ਵੇਲੇ ਨਹੀਂ ਗਈ ਹੈ। ਤੇ ਨਵੇਂ ਸੰਸਦ ਭਵਨ ਨੂੰ ਕਹਿੰਦੇ ਜਦੋਂ ਲੋਕ ਅਰਪਣ ਕੀਤਾ ਜਾਣਾ ਹੈ ਉਸ ਦਾ ਤੁਸੀਂ ਬਾਈਕਾਟ ਕਰ ਰਹੇ ਹੋ। ਤੇ ਕਾਂਗਰਸ ਪਾਰਟੀ ਤੋਂ ਕਹਿੰਦੇ ਮੈਂ ਇਹ ਸਵਾਲ ਪੁੱਛਦਾ ਹਾਂ। ਰਵੀ ਸ਼ੰਕਰ ਪ੍ਰਸਾਦ ਨੇ ਇਹ ਸਾਰੇ ਸਵਾਲ ਨੇ ਜਿਹੜੇ ਕਾਂਗਰਸ ਤੋਂ ਪੁੱਛੇ ਨੇ। ਕਾਂਗਰਸ ਨੇ ਆਪਣੇ ਲਈ ਕਹਿੰਦੇ 4C ਗ੍ਰੇਡਿੰਗ ਚੁਣੀ ਹੈ, ਕੱਟ, ਕਮਿਸ਼ਨ, ਕਰਪਸ਼ਨ ਤੇ ਕਾਂਗਰਸ। ਇਹੀ ਹੈ ਕਾਂਗਰਸ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ, ਯਾਨੀ ਕਿ 4C ਕੱਟ, ਕਮਿਸ਼ਨ, ਕਰਪਸ਼ਨ ਤੇ ਕਾਂਗਰਸ। ਸੋ ਬੀਜੇਪੀ ਦੇ 9 ਸਾਲ ਪੂਰੇ ਹੋਣ ਤੇ ਵਿਰੋਧੀ ਧਿਰ ਕਾਂਗਰਸ ਅਤੇ ਬੀਜੇਪੀ ਦੇ ਵਿਚਾਲੇ ਇਹ ਸਾਰੀ ਜਿਹੜੀ ਹੈਗੀ ਹੈ ਤਿੱਖੀ ਬਿਆਨਬਾਜ਼ੀ ਹੋਈ ਹੈ। ਦਿੱਲੀ ਦੀ ਅਦਾਲਤ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ 3 ਸਾਲ ਦੀ ਵੈਲਿਡਿਟੀ ਵਾਲਾ ਪਾਸਪੋਰਟ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਇਸ ਲਈ ਇਤਰਾਜ਼ ਨਹੀਂ ਸਰਟੀਫਿਕੇਟ ਦਿੱਤਾ ਹੈ, ਯਾਨੀ ਕਿ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਦਿੱਤਾ ਹੈ। ਗੁਜਰਾਤ ਦੇ ਸੂਰਤ ਦੀ ਅਦਾਲਤ ਦੇ ਵੱਲੋਂ ਅਪਰਾਧਿਕ ਮਾਣਹਾਨੀ ਦੇ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਦੇ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਹੁਲ ਨੇ ਡਿਪਲੋਮੈਟਿਕ ਯਾਤਰਾ ਦਸਤਾਵੇਜ਼ ਵਾਪਸ ਕਰ ਦਿੱਤੇ ਸੀ। ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਕਾਂਗਰਸ ਲੀਡਰ ਰਾਹੁਲ ਗਾਂਧੀ ਮੁਲਜ਼ਮ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਨੀਅਮ ਸਵਾਮੀ ਸ਼ਿਕਾਇਤਕਰਤਾ ਨੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਸੇਵਾਵਾਂ ਬਾਰੇ ਕੇਂਦਰੀ ਆਰਡੀਨੈਂਸ ਦੇ ਮੁੱਦੇ ਤੇ ਸਮਰਥਨ ਹਾਸਲ ਕਰਨ ਦੇ ਲਈ ਹੁਣ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਤੋਂ ਮਿਲਣ ਦੇ ਲਈ ਸਮਾਂ ਮੰਗਿਆ ਹੈ। ਟਵੀਟ ਕੀਤਾ ਕੇਜਰੀਵਾਲ ਨੇ ਕਿ ਬੀਜੇਪੀ ਸਰਕਾਰ ਵੱਲੋਂ ਪਾਸ ਕੀਤੇ ਗੈਰ ਜਮਹੂਰੀ ਤੇ ਗੈਰ ਸੰਵਿਧਾਨਕ ਆਰਡੀਨੈਂਸ ਦੇ ਖਿਲਾਫ ਸੰਸਦ ਦੇ ਵਿੱਚ ਕਾਂਗਰਸ ਦੀ ਹਮਾਇਤ ਲੈਣ, ਸੰਘੀ ਢਾਂਚੇ ਤੇ ਮੌਜੂਦਾ ਰਾਜਨੀਤਿਕ ਸਥਿਤੀ ਤੇ ਹਮਲਿਆਂ ਬਾਰੇ ਚਰਚਾ ਕਰਨ ਲਈ ਅੱਜ ਸਵੇਰੇ ਕਾਂਗਰਸ ਪ੍ਰਧਾਨ ਖੜਗੇ ਜੀ ਤੇ ਰਾਹੁਲ ਗਾਂਧੀ ਜੀ ਨੂੰ ਮਿਲਣ ਦੇ ਲਈ ਮੈਂ ਸਮਾਂ ਮੰਗਿਆ ਹੈ। ਹੁਣ ਕੇਜਰੀਵਾਲ ਨੂੰ ਸਮਾਂ ਕਦੋਂ ਮਿਲਦਾ ਹੈ ਇਹ ਵੀ ਕੇਜਰੀਵਾਲ ਨੇ ਦੱਸ ਹੀ ਦੇਣਾ। ਅਰਵਿੰਦ ਕੇਜਰੀਵਾਲ ਨੂੰ ਖਬਰਾਂ ਪੜੇ ਜਾਣ ਤੱਕ ਤਾਂ ਸਮਾਂ ਨਹੀਂ ਮਿਲਿਆ ਸੀ, ਪਰ ਇਸ ਦਰਮਿਆਨ ਕਾਂਗਰਸ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ। ਕਰਨਾਟਕਾ ਦੇ ਨਵੇਂ ਬਣੇ ਮੁੱਖ ਮੰਤਰੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਦੋਵੇਂ ਵੱਡੇ ਲੀਡਰਾਂ ਦੇ ਨਾਲ ਪਹਿਲੀ ਮੁਲਾਕਾਤ ਹੈ। ਸਿੱਧਾਰਮਈਆ 10 ਜਨਪਦ ਸਥਿਤ ਸੋਨੀਆ ਗਾਂਧੀ ਦੀ ਰਿਹਾਇਸ਼ ਪਹੁੰਚੇ ਤੇ ਦੋਵੇਂ ਮਾਂ ਪੁੱਤ ਵੱਡੇ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਇਨ੍ਹਾਂ ਦਿਨੀ ਦਿੱਲੀ ਦੇ ਦੌਰੇ ਤੇ ਹਨ। ਕਾਂਗਰਸ ਦੀ ਲੀਡਰਸ਼ਿਪ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ।
ਆਮਦਨ ਕਰ ਅਧਿਕਾਰੀਆਂ ਨੇ ਅੱਜ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੈਂਥਿਲ ਬਾਲਾਜੀ ਦੇ ਟਿਕਾਣਿਆਂ ਤੇ ਛਾਪੇ ਮਾਰੇ। ਕਰੂਰ ਤੇ ਕੋਇੰਬਟੂਰ ਸਮੇਤ ਕਈ ਸ਼ਹਿਰਾਂ ਦੇ ਵਿੱਚ ਮੰਤਰੀ ਨਾਲ ਕਥਿਤ ਤੌਰ ਤੇ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਮੰਤਰੀ ਦੇ ਕਰੀਬੀ ਰਿਸ਼ਤੇਦਾਰਾਂ ਤੇ ਕੁਝ ਠੇਕੇਦਾਰਾਂ ਦੇ ਘਰਾਂ ਤੇ ਛਾਪੇਮਾਰੀ ਕਰ ਰਹੇ ਨੇ। ਕਰੂਰ ਤੋਂ ਸੀਨੀਅਰ ਦ੍ਰਵਿੜ ਮੁਨੇਤਰ ਕੜਗਮ ਨੇਤਾ ਬਾਲਾਜੀ ਕੋਲ ਆਬਕਾਰੀ ਵਿਭਾਗ ਦਾ ਚਾਰਜ ਵੀ ਹੈ। ਸੁਪਰੀਮ ਕੋਰਟ ਨੇ ਜੇਲ੍ਹ ਦੇ ਵਿੱਚ ਬਿਮਾਰ ਹੋਣ ਵਾਲੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਮੈਡੀਕਲ ਆਧਾਰ ਤੇ 6 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜੈਨ ਲੰਘੇ ਦਿਨੀ ਤਿਹਾੜ ਜੇਲ੍ਹ ਦੇ ਗੁਸਲਖਾਨੇ ਦੇ ਵਿੱਚ ਚੱਕਰ ਖਾ ਕੇ ਡਿੱਗ ਪਏ ਸਨ। ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਤਾ ਲੱਗਿਆ ਕਿ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਤੋਂ ਬਾਅਦ ਸਰਵਉੱਚ ਅਦਾਲਤ ਨੇ ਦਿੱਲੀ ਦੇ ਸਾਬਕਾ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਜ਼ਮਾਨਤ ਦੇ ਸਮੇਂ ਦੌਰਾਨ ਮੀਡੀਆ ਦੇ ਨਾਲ ਕੋਈ ਗੱਲਬਾਤ ਨਾ ਕਰਨ, ਯਾਨੀ ਕਿ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਹਾਲਾਂਕਿ ਅਦਾਲਤ ਨੇ ਜੈਨ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਉਹ ਆਪਣੀ ਪਸੰਦ ਦੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਸਕਦੇ ਹਨ ਤੇ ਉਹਨਾਂ ਦੀ ਸਾਰੀ ਮੈਡੀਕਲ ਰਿਪੋਰਟ ਵੀ ਅਦਾਲਤ ਨੇ ਮੰਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕਰਦਿਆਂ ਪੁਲਿਸ ਕੰਟਰੋਲ ਰੂਮ ਤੇ ਕਾਲ ਕਰਨ ਦੇ ਦੋਸ਼ ਦੇ ਵਿੱਚ 48 ਸਾਲ ਦੇ ਇੱਕ ਵਿਅਕਤੀ ਨੂੰ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਕੰਟਰੋਲ ਰੂਮ ਨੂੰ ਵੀਰਵਾਰ ਰਾਤ ਨੂੰ ਫੋਨ ਆਇਆ ਸੀ ਤੇ ਫੋਨ ਕਰਨ ਵਾਲੇ ਦੀ ਪਛਾਣ ਹੇਮੰਤ ਕੁਮਾਰ ਦੇ ਵਜੋਂ ਹੋਈ ਹੈ। ਉਸ ਨੂੰ ਲੱਭ ਕੇ ਜਾਂਚ ਦੇ ਲਈ ਚਾਣਕਿਆਪੁਰੀ ਥਾਣੇ ਦੇ ਵਿੱਚ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਹੇਮੰਤ ਬੇਰੁਜ਼ਗਾਰ ਹੈ ਤੇ ਜਦੋਂ ਉਸਨੇ ਫੋਨ ਕੀਤਾ ਤਾਂ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤੇ ਉਹਨੇ ਫੋਨ ਕਰਕੇ ਕਿਹਾ ਕਿ ਪੀਐਮ ਮੋਦੀ ਦੀ ਜਾਨ ਨੂੰ ਖਤਰਾ ਹੈ। यूनियन पब्लिक सर्विस कमिशन सिविल सेवावां दी ਪ੍ਰੀਖਿਆ ਪਾਸ ਕਰਨ ਦੇ ਝੂਠੇ ਦਾਅਵੇ ਕਰਨ ਵਾਲੇ 2 ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਤੇ ਵਿਚਾਰ ਕਰ ਰਿਹਾ ਹੈ। ਪੀਟੀਆਈ ਖਬਰ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਮੱਧ ਪ੍ਰਦੇਸ਼ ਦੀ ਆਇਸ਼ਾ ਮਕਰਾਨੀ ਅਤੇ ਬਿਹਾਰ ਤੋਂ ਤੁਸ਼ਾਰ ਨੇ ਇਹ ਦਾਅਵਾ ਕੀਤਾ ਸੀ ਕਿ ਸਿਵਲ ਸੇਵਾਵਾਂ ਪ੍ਰੀਖਿਆ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਉਹਨਾਂ ਦੇ ਵੀ ਰੋਲ ਨੰਬਰ ਨੇ। ਦੋਵੇਂ ਉਮੀਦਵਾਰਾਂ ਨੇ ਸੂਚੀ ਦੇ 2 ਰੋਲ ਨੰਬਰ ਆਪਣੇ ਐਲਾਨੇ ਸਨ ਤੇ ਜਦੋਂ ਜਾਂਚ ਕੀਤੀ ਤਾਂ यूपीएससी ਨੇ ਕਿਹਾ ਕਿ ਦੋਵਾਂ ਜਣਿਆਂ ਦੇ ਦਾਅਵੇ ਜਾਲੀ ਨੇ ਤੇ ਉਹਨਾਂ ਨੇ ਆਪਣੇ ਦਾਅਵਿਆਂ ਨੂੰ ਸਹੀ ਸਾਬਤ ਕਰਨ ਦੇ ਲਈ ਦਸਤਾਵੇਜ਼ਾਂ ਦੇ ਨਾਲ ਹੇਰਾਫੇਰੀ ਕੀਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਪ੍ਰੀਖਿਆ ਨਿਯਮਾਂ ਨੂੰ ਦੇਖਦੇ ਹੋਏ यूपीएससी ਦੋਵਾਂ ਉਮੀਦਵਾਰਾਂ ਦੇ ਖਿਲਾਫ ਅਪਰਾਧਿਕ ਤੇ ਅਨੁਸ਼ਾਸਨੀ ਕਾਰਵਾਈ ਦਾ ਫੈਸਲਾ ਲੈ ਸਕਦੀ ਹੈ। ਹਵਾਈ ਉਡਾਣਾਂ ਦੇ ਨਾਲ ਜੁੜੀਆਂ 3 ਅਹਿਮ ਖਬਰਾਂ ਨੇ। ਪਹਿਲੀ ਖਬਰ 에ਅਰ ਇੰਡੀਆ ਦੇ ਜਹਾਜ਼ ਦੇ ਨਾਲ ਜੁੜੀ ਹੋਈ ਹੈ। ਦਿੱਲੀ ਤੋਂ ਵੈਨਕੂਵਰ, ਕੈਨੇਡਾ ਦੇ ਵੈਨਕੂਵਰ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ AI 185 ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਤਕਨੀਕੀ ਖਰਾਬੀ ਦੇ ਕਾਰਨ ਦਿੱਲੀ ਹਵਾਈ ਅੱਡੇ ਤੇ ਵਾਪਸ ਮੁੜ ਆਈ। ਜਹਾਜ਼ ਨੂੰ ਕਿਸ ਕਾਰਨ ਮੋੜਨਾ ਤੇ ਉਤਾਰਨਾ ਪਿਆ ਇਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। 에ਅਰ ਇੰਡੀਆ ਦੇ ਬੁਲਾਰੇ ਨੇ ਜ਼ਰੂਰ ਦੱਸਿਆ ਕਿ ਜਹਾਜ਼ ਦਿੱਲੀ ਹਵਾਈ ਅੱਡੇ ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ। ਮੁਸਾਫਰਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਲਈ ਅਫਸੋਸ ਹੈ ਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਸੀਂ ਉਹਨਾਂ ਦੇ ਬਦਲਵੇਂ ਪ੍ਰਬੰਧ ਕਰਾਂਗੇ, ਇਹ ਜਾਣਕਾਰੀ ਦਿੱਤੀ। ਦੂਸਰੀ ਖਬਰ ਵੀਅਤਨਾਮ ਦੇ ਇੱਕ ਜਹਾਜ਼ ਦੇ ਨਾਲ ਜੁੜੀ ਹੋਈ ਹੈ, ਜਿੱਥੇ ਵੀਅਤ ਜੈਟ ਦੀ ਉਡਾਣ ਦੇ ਵਿੱਚ ਵਿਘਨ ਪੈਣ ਕਾਰਨ ਇਸ ਦੇ ਘੱਟੋ-ਘੱਟ 300 ਯਾਤਰੀ ਮੁੰਬਈ ਹਵਾਈ ਅੱਡੇ ਤੇ ਫਸ ਗਏ। ਇਹ ਜਹਾਜ਼ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਜਾ ਰਿਹਾ ਸੀ। ਯਾਤਰੀਆਂ ਮੁਤਾਬਿਕ ਜਹਾਜ਼ ਦੇ ਵਿੱਚ ਖਰਾਬੀ ਕਾਰਨ ਉਹਨਾਂ ਨੂੰ ਕਰੀਬ 10 ਘੰਟੇ ਮੁੰਬਈ ਹਵਾਈ ਅੱਡੇ ਤੇ ਇੰਤਜ਼ਾਰ ਕਰਨਾ ਪਿਆ। ਦੋਸ਼ ਲਾਇਆ ਯਾਤਰੀਆਂ ਨੇ ਕਿ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ 에ਅਰਲਾਈਨ ਨੇ ਯਾਤਰੀਆਂ ਦੇ ਲਈ ਹੋਟਲ ਜਾਂ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ। DGCA ਦੇ ਨਿਯਮਾਂ ਤਹਿਤ ਜੇ ਕਿਸੇ ਫਲਾਈਟ ਦੇ ਵਿੱਚ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਸੰਬੰਧਿਤ 에ਅਰਲਾਈਨ ਨੂੰ ਯਾਤਰੀਆਂ ਦੀ ਬੋਰਡਿੰਗ ਅਤੇ ਰਹਿਣ ਦੀ ਵਿਵਸਥਾ ਕਰਨੀ ਹੋਵੇਗੀ। ਇਸ ਸੰਬੰਧ ਵਿੱਚ ਵੀਅਤ ਜੈਟ ਨੂੰ ਭੇਜੇ ਗਏ ਸਵਾਲਾਂ ਦੇ ਲਿਖਤੀ ਸਮੇਂ ਤੱਕ ਜਵਾਬ ਵੀ ਨਹੀਂ ਮਿਲੇ। ਅਗਲੀ ਖਬਰ ਦੱਖਣੀ ਕੋਰੀਆ ਦੇ ਇੱਕ ਹਵਾਈ ਜਹਾਜ਼ ਦੇ ਨਾਲ ਜੁੜੀ ਹੋਈ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ 194 ਯਾਤਰੀਆਂ ਨੂੰ ਲੈ ਕੇ ਉੱਡ ਰਹੇ ਜਹਾਜ਼ ਦਾ ਦਰਵਾਜ਼ਾ ਕਿਸੇ ਨੇ ਖੋਲ ਦਿੱਤਾ ਤੇ ਇਹ ਕਿੰਨਾ ਟਾਈਮ ਖੁੱਲਾ ਰਿਹਾ ਇਹ ਤਾਂ ਪਤਾ ਨਹੀਂ ਲੱਗਿਆ, ਪਰ ਖਬਰ ਹੈ ਜਿਹੜੀ ਉਹ ਜ਼ਰੂਰ ਡਰਾਉਣ ਵਾਲੀ ਹੈ। 에ਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ, ਸਿਓਲ ਦੇ ਜਿਹੜੇ ਅਧਿਕਾਰੀ ਨੇ, ਕਿ ਏਸ਼ੀਆਨਾ 에ਅਰਲਾਈਨਸ ਦੇ ਉੱਡਦੇ ਜਹਾਜ਼ ਦਾ ਕਿਸੇ ਯਾਤਰੀ ਨੇ ਦਰਵਾਜ਼ਾ ਖੋਲ ਦਿੱਤਾ, ਪਰ ਇਸ ਦੇ ਬਾਵਜੂਦ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ। ਇਹ ਰਾਹਤ ਵਾਲੀ ਗੱਲ ਹੈ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਹਾਜ਼ ਤੇ ਸਵਾਰ ਕੁਝ ਲੋਕਾਂ ਨੇ ਵਿਅਕਤੀ ਨੂੰ ਦਰਵਾਜ਼ਾ ਖੋਲਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹ ਨਾਕਾਮ ਹੋ ਗਏ ਤੇ ਉਹ ਵਿਅਕਤੀ ਦਰਵਾਜ਼ਾ ਖੋਲਣ ਦੇ ਵਿੱਚ ਸਫਲ ਰਿਹਾ। 194 ਯਾਤਰੀਆਂ ਨੂੰ ਲੈ ਕੇ ਜਹਾਜ਼ ਦੱਖਣੀ ਟਾਪੂ ਜੇਜੂ ਤੋਂ ਦੱਖਣੀ ਪੂਰਬੀ ਸ਼ਹਿਰ ਡੇਗੂ ਦੇ ਲਈ ਜਾ ਰਿਹਾ ਸੀ। ਸਫ਼ਰ ਕਰੀਬ ਘੰਟੇ ਦਾ ਸੀ, ਪਰ ਸਪਸ਼ਟ ਨਹੀਂ ਹੋ ਸਕਿਆ ਕਿ ਦਰਵਾਜ਼ਾ ਕਿੰਨਾ ਸਮਾਂ ਖੁੱਲਾ ਰਿਹਾ। 에ਅਰਲਾਈਨ ਨੇ ਦੱਸਿਆ ਕਿ ਪੁਲਿਸ ਨੇ ਦਰਵਾਜ਼ਾ ਖੋਲਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸਦੇ ਇਰਾਦੇ ਦਾ ਪਤਾ ਹਾਲੇ ਤੱਕ ਨਹੀਂ ਲੱਗ ਸਕਿਆ ਤੇ 9 ਯਾਤਰੀਆਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਵੀ ਲਿਜਾਇਆ ਗਿਆ। ਅਮਰੀਕਾ ਦੇ ਕਰਜ਼ੇ ਦੀ ਗੱਲ ਕਰ ਲਈਏ ਤਾਂ ਕਰਜ਼ਾ ਸੰਕਟ ਦੇ ਹੱਲ ਦੇ ਲਈ ਗੱਲਬਾਤ ਕਿਸੇ ਨਤੀਜੇ ਵੱਲ ਵਧਦੀ ਨਜ਼ਰ ਨਹੀਂ ਆ ਰਹੀ। ਦਰਅਸਲ ਰਿਪਬਲਿਕਨ ਸੰਸਦ ਮੈਂਬਰਾਂ ਤੇ ਸਰਕਾਰ ਦੇ ਵਿਚਾਲੇ ਕਰਜ਼ੇ ਦੀ ਸੀਮਾ ਵਧਾਉਣ ਦੇ ਲਈ ਗੱਲਬਾਤ ਵੀਰਵਾਰ ਨੂੰ ਉਸ ਸਮੇਂ ਮੁਸ਼ਕਿਲ ਦੇ ਵਿੱਚ ਦਿਖਾਈ ਦਿੱਤੀ ਜਦੋਂ ਇਹ ਸੰਸਦ ਮੈਂਬਰ ਵੀਕਐਂਡ ਦੀਆਂ ਛੁੱਟੀਆਂ ਕੱਟਣ ਦੇ ਲਈ ਵਾਸ਼ਿੰਗਟਨ ਤੋਂ ਬਾਹਰ ਚਲੇ ਗਏ। ਕਰਜ਼ੇ ਦੀ ਸੀਮਾ ਨਾ ਵਧਾਉਣ ਕਾਰਨ ਅਗਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਸਾਹਮਣੇ ਡਿਫਾਲਟ ਹੋਣ ਦਾ ਖਤਰਾ ਬਣਿਆ ਹੋਇਆ, ਕਿਉਂਕਿ ਸਮਾਂ ਸਿਰਫ ਤੇ ਸਿਰਫ ਮਈ ਮਹੀਨੇ ਦਾ ਹੈ। 1 ਜੂਨ ਤੋਂ ਅਮਰੀਕਾ ਨੇ ਜੇ ਇਹ ਕਰਜ਼ਾ ਨਾ ਤਾਰਿਆ ਤਾਂ ਡਿਫਾਲਟਰ ਐਲਾਨ
ਬਣ ਦਿੱਤਾ ਜਾਵੇਗਾ। ਦੁਨੀਆ ਦੀ ਮਹਾਸ਼ਕਤੀ ਜਿਸ ਨੂੰ ਕਿਹਾ ਜਾਂਦਾ ਸੀ ਉਹ ਕਰਜ਼ਈ ਬਣ ਜਾਵੇਗਾ ਤੇ ਇਸ ਦੇ ਪ੍ਰਭਾਵ ਕਾਰਨ ਪੂਰੀ ਦੁਨੀਆ ਦੀ ਆਰਥਿਕਤਾ ਦੇ ਵਿੱਚ ਹਲਚਲ ਮਚ ਸਕਦੀ ਹੈ, ਉਥਲ-ਪੁਥਲ ਆ ਸਕਦੀ ਹੈ। उधर जर्मनी भी आर्थिक मंदी की लपेट दे विच है। इस साल के शुरुआती महीने दौरान यूरोप की सब तो वड्डी अर्थव्यवस्था दे विच मंदी शुरू हो गई सी। दरअसल देश दे विच महंगाई वधन कारण खपतकारां दे खर्चे दे विच कमी आई। जर्मनी दे विच पहली तिहाई दौरान GDP दे विच 0.3% दी गिरावट दर्ज की गई है। पिछले साल की आखिरी तिमाही दे विच GDP दे विच 0.5% दी गिरावट दर्ज की गई है। नैगेटिव GDP विकास के लगातार 2 तिमाहियां तो बाद अर्थव्यवस्था रस्मी तौर पर मंदी दे विच दाखिल हुंदी है। रॉयटर्स के मुताबिक जर्मनी के वित्त मंत्री क्रिश्चियन लिंडर ने कहा कि जर्मनी का GDP डेटा हैरानीजनक तौर पर नकारात्मक संकेत दिखा रहा है। फ्रांस दे विच होण वाले दुनिया के सब तो वड्डे फिल्म मेले कान फिल्म समारोह दे विच पूरी दुनिया तो जिहड़े फिल्म अदाकार कलाकार वो अपने जलवे दिखा रहे ने, फैशन दे जलवे दिखा रहे ने ते मन्ने परमन्ने लोकां दा इत्थे जमावड़ा लग्या होया है। कान फिल्म फैसटीवल दे विच एक लड़की दिखाई दिंदी है, बहुत ही खूबसूरत ड्रैस पा के वो पहुंची हुई सी। हालांकि ये महिला जिहड़ी है लड़की है वो सधारण लग रही सी शुरुआत दे विच, पर अचानक उसने अपने कपड़ियां दे विचों लाल रंग दा लिक्विड कढ़िया अते उसने अपने उपर वो जिहड़े लिक्विड वाले लिफाफे सी वो फाड़ दिते ते लाल रंग है जिहड़ा उहदे सिर तो लैके उहदे शरीर दे उत्ते पै गया ते एकदम सारे कैमरे ने जिहड़े उस लड़की दे उत्ते फोकस हो गए। हालांकि सुरक्षा कर्मी तुरंत हरकत दे विच आए अते उसनूं फड़ के उत्थों हटा दिता। मन्निया जा रहा है कि यूक्रेन तो आई हुई लड़की सी। कान फिल्म फैसटीवल दे विच हो सकदा उत्थों दी अदाकारा होवे, पूरी जानकारी नहीं मिल सकी है, पर इसने दर्शाउण दी कोशिश की है कि किवें यूक्रेन है जिहड़ा ओह इस जंग दे प्रभावां दे नाल जिहड़ा हैगा जूझ रहा है। जंग दे कारण किवें यूक्रेन दे विच मौतां होईयां ने। लाल रंग है जिहड़ा उस जंग दे प्रभावां दा संकेत दे रहा सी, पर इसनूं तुरंत इत्थों हटा दिता गया। पर जो मैसेज देना चाहुंदी सी सारी दुनिया तक पहुंच गया। अमरीका के रक्षा मंत्री लॉर्ड ऑस्टिन जून महीने दे विच भारत का दौरा करनगे। रक्षा विभाग दे वल्लों जारी बयान दे विच कहा गया कि ऑस्टिन भारत के रक्षा मंत्री राजनाथ सिंह दे नाल भी मुलाकात करनगे। अमरीका दे ऑस्टिन दी यह यात्रा जून के अंत विच प्रधानमंत्री नरेंद्र मोदी के अमरीका दौरे तो पहलां होवेगी। एमरजेंसी बुलेटिन दे विच तुहाडे सब तो इजाजत चाहुंदे हां। तुसीं सारे अपना ध्यान रखियो। सवेर दीआं खबरां 'च फिर मिलांगे। धन्नवाद।